ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਮੈਕਸਿਮਾ ਐਂਡ ਮਿਨੀਮਾ ਨੂੰ ਡਿਸਕਸ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਤਾਂ ਮੈਕਸਿਮਾ ਐਂਡ ਮਿਨੀਮਾ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਦੀਆਂ ਇਸ ਵਿੱਚ ਇੰਪੋਰਟੈਂਟ ਕੁਝ ਡੈਫੀਨੇਸ਼ਨਸ ਡਿਸਕਸ ਕਰਾਂਗੇ। ਤਾਂ ਸਾਨੂੰ ਸਭ ਤੋਂ ਪਹਿਲਾਂ ਇੱਕ ਫੰਕਸ਼ਨ ਦਿੱਤਾ ਹੋਇਆ, ਜਿਹੜੀ ਇੱਕ ਨੰਬਰ ਪੁਆਇੰਟ ਤੇ ਦੇਖੋ, be a necessary condition to exist and are more extremum। ਐਕਸਟ੍ਰੀਮਮ ਕੀ ਹੁੰਦਾ? ਐਕਸਟ੍ਰੀਮਮ ਇਹੀ ਇੱਕ ਪੁਆਇੰਟ ਹੈ ਜਿਹੜਾ ਜਾਂ ਤਾਂ ਮੈਕਸੀਮਮ ਹੋਵੇ ਜਿੱਥੇ ਫੰਕਸ਼ਨ, ਜਾਂ ਉਹਦੀ ਵੈਲਿਊ ਮਿਨੀਮਮ ਹੋਵੇ। ਫॉर द ਐਗਜ਼ਿਸਟੈਂਸ ਆਫ ਐਕਸਟ੍ਰੀਮਮ ਮਤਲਬ ਮੈਕਸੀਮਾ ਐਂਡ ਮਿਨੀਮਾ, ਈਦਰ ਐਫ ਡੈਸ਼ ਐਕਸ ਇਕੁਅਲ ਟੂ 0 ਮਤਲਬ ਫੰਕਸ਼ਨ ਦਾ ਜਿਹੜਾ ਡੈਰੀਵੇਟਿਵ ਉੱਥੇ 0 ਹੈ, ਔਰ ਐਫ ਡੈਸ਼ ਐਕਸ ਡਜ਼ ਨਾਟ ਐਗਜ਼ਿਸਟ ਮਤਲਬ ਜਾਂ ਉਸ ਪੁਆਇੰਟ ਤੇ ਡੈਰੀਵੇਟਿਵ ਐਗਜ਼ਿਸਟ ਨਹੀਂ ਕਰਦਾ। ਸੋ ਜੇ ਥੋੜ੍ਹਾ ਜਿਹਾ ਜਿਓਮੈਟਰੀਕਲੀ ਦੇਖੋਗੇ ਤਾਂ ਸਾਨੂੰ ਇੱਕ ਫੰਕਸ਼ਨ ਸਪੋਜ਼ ਕਰੋ ਵੈਲ ਡਿਫਾਈਨਡ ਹੈ, ਤਾਂ ਇਟਸ ਸਮਥਿੰਗ ਲਾਈਕ ਦਿਸ, ਇੱਦਾਂ। ਸੋ ਅਗਰ ਆਹ ਵਾਲਾ ਪੁਆਇੰਟ ਹੈ ਇੱਥੇ, ਇਹ ਵਾਈ ਇਕੁਅਲ ਟੂ ਐਫ ਐਕਸ ਸਾਡੇ ਕੋਲ ਫੰਕਸ਼ਨ ਹੈ। ਤਾਂ ਇਹ ਸਪੋਜ਼ ਕਰੋ ਜਿੱਥੇ ਮੈਂ ਅਗਰ ਇਸ ਜਗ੍ਹਾ ਦੇ ਉੱਤੇ ਪੁਆਇੰਟ ਸੀ ਹੈ ਸਪੋਜ਼ ਕਰੋ, ਤਾਂ ਡੈਰੀਵੇਟਿਵ ਇਹਦਾ 0 ਹੋ ਗਿਆ, ਬਿਕੋਜ਼ ਟੇਂਜੈਂਟ ਆ ਜਿਹੜਾ ਪੈਰਲਲ ਹੋ ਗਿਆ ਐਕਸ ਐਕਸਿਸ ਤੇ। ਸੋ ਇੱਕ ਇਸ ਪੁਆਇੰਟ ਦੇ ਉੱਤੇ ਐਕਸਟ੍ਰੀਮਮ ਹੈਗਾ, ਇਸ ਜਗ੍ਹਾ ਦੇ ਉੱਤੇ ਇੱਥੇ ਮੈਕਸੀਮਾ ਆ ਰਿਹਾ, ਲੋਕਲ ਮੈਕਸੀਮਾ। ਅਤੇ ਉਸ ਤੋਂ ਬਾਅਦ ਜਿਹੜਾ ਸੈਕੰਡ ਪੁਆਇੰਟ ਹੈ ਆ ਇੱਥੇ ਵੀ ਡਿਫਰੈਂਸ਼ੀਏਬਲ ਨਹੀਂ ਹੈਗਾ ਪੁਆਇੰਟ, ਡੈਰੀਵੇਟਿਵ ਐਗਜ਼ਿਸਟ ਨਹੀਂ ਕਰਦਾ ਕਿਉਂਕਿ ਇੱਥੇ ਸ਼ਾਰਪ ਕਾਰਨਰ ਪੁਆਇੰਟ ਬਣਦਾ। ਸੋ ਸਭ ਤੋਂ ਪਹਿਲੀ ਇਸ ਡੈਫੀਨੇਸ਼ਨ ਦਾ ਮਤਲਬ ਕੀ ਹੈ ਵੀ ਮੈਕਸੀਮਾ ਅਤੇ ਮਿਨੀਮਾ ਕਿੱਥੇ ਐਗਜ਼ਿਸਟ ਕਰਦਾ ਹੁੰਦਾ? ਉਸ ਪੁਆਇੰਟ ਦੇ ਉੱਤੇ ਜਿੱਥੇ ਜਾਂ ਤਾਂ ਡੈਰੀਵੇਟਿਵ 0 ਹੁੰਦਾ ਜਾਂ ਡੈਰੀਵੇਟਿਵ ਐਗਜ਼ਿਸਟ ਨਹੀਂ ਕਰਦਾ, ਮਤਲਬ ਉੱਥੇ ਇੱਕ ਸ਼ਾਰਪ ਕਾਰਨਰ ਪੁਆਇੰਟ ਬਣਦਾ। ਸੋ ਜਿਹੜੇ ਪੁਆਇੰਟ ਦੇ ਉੱਤੇ ਇਹ ਭਾਣਾ ਵਰਤਦਾ ਹੈ, ਮਤਲਬ ਡੈਰੀਵੇਟਿਵ 0 ਹੁੰਦਾ ਜਾਂ ਜਿਸ ਪੁਆਇੰਟ 'ਤੇ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੁੰਦਾ, ਤਾਂ ਉਹਨੂੰ ਅਸੀਂ ਬੋਲਦੇ ਹਾਂ ਕ੍ਰਿਟੀਕਲ ਪੁਆਇੰਟ। ਕਿਹੜਾ ਪੁਆਇੰਟ ਬੋਲਦੇ ਹਾਂ? ਕ੍ਰਿਟੀਕਲ ਪੁਆਇੰਟ। ਸੋ ਦ ਪੁਆਇੰਟਸ ਐਟ ਵਿਚ ਐਫ ਡੈਸ਼ ਐਕਸ ਇਕੁਅਲ ਟੂ 0 ਮਤਲਬ ਡੈਰੀਵੇਟਿਵ 0 ਆ, ਔਰ ਦ ਪੁਆਇੰਟਸ ਐਟ ਵਿਚ ਐਫ ਡੈਸ਼ ਐਕਸ ਡਜ਼ ਨਾਟ ਐਗਜ਼ਿਸਟ ਮਤਲਬ ਡੈਰੀਵੇਟਿਵ ਐਗਜ਼ਿਸਟ ਨਹੀਂ ਕਰਦਾ, ਮਤਲਬ ਸ਼ਾਰਪ ਕਾਰਨਰ ਪੁਆਇੰਟ ਬਣ ਰਿਹਾ। ਦ ਪੁਆਇੰਟਸ ਐਟ ਵਿਚ ਐਫ ਐਕਸ ਇਜ਼ ਨਾਟ ਡਿਫਰੈਂਸ਼ੀਏਬਲ ਆਰ ਕਾਲਡ ਕ੍ਰਿਟੀਕਲ ਪੁਆਇੰਟਸ। ਇੱਕ ਸਟੇਸ਼ਨਰੀ ਪੁਆਇੰਟ ਹੁੰਦੇ, ਸਟੇਸ਼ਨਰੀ ਪੁਆਇੰਟ ਦੇ ਉੱਤੇ ਡੈਰੀਵੇਟਿਵ ਜਿਹੜਾ ਫੰਕਸ਼ਨ ਦਾ ਕੀ ਹੁੰਦਾ? 0 ਹੁੰਦਾ। ਸੋ ਇੱਕ ਗੱਲ ਤਾਂ ਸ਼ੋਰ ਹੋ ਗਈ ਵੀ ਮੈਕਸੀਮਾ ਅਤੇ ਮਿਨੀਮਾ ਕਿੱਥੇ ਐਗਜ਼ਿਸਟ ਕਰਦਾ? ਜਿੱਥੇ ਕ੍ਰਿਟੀਕਲ ਪੁਆਇੰਟਸ ਬਣਦੇ ਹੈਗੇ ਆ, ਹੈ ਨਾ। ਸੋ ਇਹਨੂੰ ਅਬਜ਼ਰਵ ਕਰਨ ਦੇ ਜਾਂ ਇਹਨੂੰ ਫਾਈਂਡ ਆਊਟ ਕਰਨ ਦੇ ਜਾਂ ਇਹਨੂੰ ਲੋਕੇਟ ਕਰਨ ਦੇ ਮੈਕਸੀਮਮ ਮਿਨੀਮਮ ਦੇ ਪੁਆਇੰਟਸ ਨੂੰ ਦੋ ਤਰੀਕੇ ਆ ਸਾਡੇ ਕੋਲ। ਪਹਿਲਾ ਹੈਗਾ ਜੀ ਫਸਟ ਡੈਰੀਵੇਟਿਵ ਟੈਸਟ। ਫਸਟ ਡੈਰੀਵੇਟਿਵ ਟੈਸਟ ਦੇ ਵਿੱਚ ਕੀ ਹੁੰਦਾ ਵੀ ਜਦੋਂ ਅਸੀਂ ਤੁਹਾਨੂੰ ਆਹ ਗ੍ਰਾਫ ਦੇਖੋ ਪਹਿਲਾਂ ਤਾਂ। ਸੋ ਆਹ ਇੱਕ ਪੁਆਇੰਟ ਆ ਸਾਡੇ ਕੋਲ ਇਸ ਮੈਕਸੀਮਮ ਵਾਲੇ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇੱਕ ਪੁਆਇੰਟ ਆ, ਜਸਟ ਮੂਮੈਂਟ, ਇੱਦਾਂ ਸੋਚ ਲਓ, ਇਹ ਇੱਕ ਪੁਆਇੰਟ ਆ ਸੀ, ਸਪੋਜ਼ ਕਰੋ ਇੱਥੇ ਏ ਲਿਖਿਆ ਹੋਇਆ, ਸਪੋਜ਼ ਕਰੋ ਏ ਪੁਆਇੰਟ ਹੈ। ਏ ਤੋਂ ਪਹਿਲਾਂ ਅਗਰ ਫੰਕਸ਼ਨ ਦਾ ਜਿਹੜਾ ਡੈਰੀਵੇਟਿਵ ਹੈ ਉਹ ਹੈਗਾ ਗ੍ਰੇਟਰ ਦੈਨ 0, ਪਲੱਸ ਹੈ, ਮਤਲਬ ਪਲੱਸ ਹੈ, ਇੱਥੇ ਪੀ ਹੈ। ਅਤੇ ਜਿਵੇਂ ਉਸ ਪੁਆਇੰਟ ਦੇ ਉੱਪਰ ਕ੍ਰੋਸ ਕਰਦੇ ਹਾਂ ਤਾਂ ਉਹਦਾ ਡੈਰੀਵੇਟਿਵ ਹੋ ਜਾਂਦਾ ਨੈਗੇਟਿਵ, ਮਤਲਬ ਮਾਈਨਸ ਹੋ ਜਾਂਦਾ, ਮਾਈਨਸ ਪੀ ਐਮ, ਮਤਲਬ ਇੱਥੇ ਪੀ ਐਮ ਹੋ ਗਿਆ। ਸੋ ਅਗਰ ਸਾਡੀ ਸਿਚੁਏਸ਼ਨ, ਅੱਛਾ ਫਿਰ ਇੱਕ ਹੋਰ ਸਿਚੁਏਸ਼ਨ ਹੈ ਜਿਹੜੀ ਸਾਡੀ ਸੈਕੰਡ ਡਾਇਆਗ੍ਰਾਮ ਹੈ, ਉਹਦੇ ਵਿੱਚ ਕੀ ਹੈ, ਇੱਥੇ ਦੇਖੋ ਤੁਸੀਂ ਡੈਰੀਵੇਟਿਵ ਜਦੋਂ ਅਸੀਂ ਏ ਵਿੱਚ ਕ੍ਰੋਸ ਕਰਦੇ ਹਾਂ ਤਾਂ ਪਹਿਲਾਂ ਡੈਰੀਵੇਟਿਵ ਕੀ ਹੈ? ਮਾਈਨਸ ਹੈ, ਅਤੇ ਬਾਅਦ ਵਿੱਚ ਜਦੋਂ ਉਸ ਨੂੰ ਕ੍ਰੋਸ ਕਰ ਗਏ ਤਾਂ ਫਿਰ ਉਹ ਪਲੱਸ ਹੋ ਗਿਆ। ਸੋ ਮਾਈਨਸ ਦੈਨ ਪਲੱਸ। ਸਾਡੇ ਕੋਲ ਦੋ ਸਿਚੁਏਸ਼ਨ ਹੈ, ਮਤਲਬ ਸਾਡੇ ਕੋਲ ਇੱਕ ਪਹਿਲਾਂ ਕ੍ਰਿਟੀਕਲ ਪੁਆਇੰਟ ਹੈ। ਕ੍ਰਿਟੀਕਲ ਪੁਆਇੰਟ ਦੇ ਉੱਤੋਂ ਜਦੋਂ ਅਸੀਂ ਫਸਟ ਡੈਰੀਵੇਟਿਵ ਦੀ ਵੈਲੂ ਵੇਖਦੇ ਹਾਂ, ਇੱਕ ਪੀ ਐਮ ਪਹਿਲਾਂ ਪਲੱਸ ਆ ਫਿਰ ਮਾਈਨਸ, ਜਾਂ ਪਹਿਲਾਂ ਮਾਈਨਸ ਆ ਫਿਰ ਪਲੱਸ। ਹੁਣ ਤੁਸੀਂ ਦੇਖੋ ਵੀ ਇੱਕ ਪੀ ਐਮ ਹੁੰਦਾ, ਇੱਕ ਐਮ ਪੀ ਹੁੰਦਾ, ਹੈ ਨਾ। ਵੱਡਾ ਕੌਣ ਹੁੰਦਾ? ਵੱਡਾ ਹੁੰਦਾ ਪੀ ਐਮ, ਵੱਡਾ ਹੁੰਦਾ, ਹੈ ਨਾ। ਐਮ ਪੀਆਂ ਦੇ ਵਿੱਚੋਂ ਪੀ ਐਮ ਬਣਦਾ, ਜਾਂ ਆਪਣੇ ਪੀ ਐਮ ਨਰਿੰਦਰ ਮੋਦੀ ਸਾਹਿਬ ਨੇ। ਸੋ ਜਦੋਂ ਵੱਡਾ, ਇਹਦਾ ਮਤਲਬ ਜਦੋਂ ਪੀ ਐਮ ਵਾਲੀ ਸਿਚੁਏਸ਼ਨ ਹੈ, ਪਲੱਸ ਤੋਂ ਮਾਈਨਸ ਹੋ ਰਿਹਾ, ਤਾਂ ਉੱਥੇ ਕੀ ਆ ਰਿਹਾ? ਮੈਕਸੀਮਾ। ਅਤੇ ਅਗਰ ਮਾਈਨਸ ਤੋਂ ਪਲੱਸ ਹੋ ਰਿਹਾ ਤਾਂ ਉੱਥੇ ਕੀ ਆ ਰਿਹਾ? ਮਿਨੀਮਾ। ਪੀ ਐਮ ਐਮ ਪੀ ਨਾਲ ਯਾਦ ਕਰ ਲਓ। ਅਗਰ ਜਦੋਂ ਅਸੀਂ ਉਸ ਪੁਆਇੰਟ ਦੇ ਉੱਤੋਂ ਦੀ ਗੁਜ਼ਰਦੇ ਹਾਂ, ਜਾਂ ਮਤਲਬ ਪੁਆਇੰਟ ਤੋਂ ਪਹਿਲਾਂ ਅਤੇ ਪੁਆਇੰਟ ਤੋਂ ਬਾਅਦ ਡੈਰੀਵੇਟਿਵ ਦਾ ਸਾਈਨ ਅਗਰ ਚੇਂਜ ਹੋ ਰਿਹਾ, ਪਲੱਸ ਤੋਂ ਮਾਈਨਸ ਹੋ ਰਿਹਾ,
ਤਾਂ ਉਹ ਪੁਆਇੰਟ ਕਿਹੜਾ ਹੋਊਗਾ, ਸਾਡਾ ਮੈਕਸਿਮਾ ਹੋਊਗਾ। ਅਗਰ ਸਾਈਨ ਮਾਈਨਸ ਤੋਂ ਪਲੱਸ ਹੋ ਰਿਹਾ ਤਾਂ ਸਾਡਾ ਪੁਆਇੰਟ ਕੀ ਹੋਊਗਾ, ਮਿਨੀਮਾ। ਤੇ ਇੱਕ ਹੋਰ ਸਿਚੁਏਸ਼ਨ ਹੈ ਵੀ ਇਹ ਕ੍ਰਿਟੀਕਲ ਪੁਆਇੰਟ ਹੈ, ਸਾਈਨ ਨਹੀਂ ਚੇਂਜ ਹੋ ਰਿਹਾ, ਅਗਰ ਪੋਜ਼ਿਟਿਵ ਸੀ ਤਾਂ ਪੋਜ਼ਿਟਿਵ ਆ, ਤਾਂ ਨੈਗੇਟਿਵ ਸੀ ਤਾਂ ਨੈਗੇਟਿਵ ਆ, ਤਾਂ ਦੈਨ ਅਸੀਂ ਉਹ ਪੁਆਇੰਟ ਨੂੰ ਕੀ ਬੋਲ ਦਿੰਦੇ ਹਾਂ, ਪੁਆਇੰਟ ਆਫ ਇਨਫਲੈਕਸ਼ਨ। ਅੱਗੇ ਡਿਸਕਸ ਕਰਦੇ ਹਾਂ। ਸੋ ਉਸ ਤੋਂ ਬਾਅਦ ਸੈਕੰਡ ਡੈਰੀਵੇਟਿਵ ਟੈਸਟ ਹੈ। ਸੈਕੰਡ ਡੈਰੀਵੇਟਿਵ ਟੈਸਟ ਥੋੜ੍ਹਾ ਜਿਹਾ ਸੌਖਾ ਜਿਹਾ ਹੀ ਹੈ। ਇਹਦੇ ਵਿੱਚ ਸਿੰਪਲੀ ਕੀ ਕਰਨਾ ਵੀ ਸਭ ਤੋਂ ਪਹਿਲਾਂ ਅਸੀਂ ਜੋ ਹੈਗਾ ਫੰਕਸ਼ਨ ਉਹਦਾ ਡੈਰੀਵੇਟਿਵ ਅਸੀਂ ਲੈ ਲੈਣਾ, ਉਹਨੂੰ ਫਿਰ ਜ਼ੀਰੋ 'ਤੇ ਇਕੁਏਟ ਕਰਕੇ ਜਾਂ ਜਿੱਥੇ ਉਹ ਨਹੀਂ ਐਗਜ਼ਿਸਟ ਕਰ ਰਿਹਾ ਉਹਦਾ ਕ੍ਰਿਟੀਕਲ ਪੁਆਇੰਟ ਕੱਢ ਲੈਣੇ ਆ। ਕ੍ਰਿਟੀਕਲ ਪੁਆਇੰਟ ਕੱਢਣ ਤੋਂ ਬਾਅਦ ਅਸੀਂ ਸੈਕੰਡ ਡੈਰੀਵੇਟਿਵ ਦੇਖ ਲੈਣਾ, ਦੈਟ ਸ਼ੁੱਡ ਬੀ ਨੋਨ ਜ਼ੀਰੋ। ਅਗਰ ਸੈਕੰਡ ਡੈਰੀਵੇਟਿਵ ਉਸ ਪੁਆਇੰਟ ਦੇ ਉੱਤੇ ਨੈਗੇਟਿਵ ਹੈ ਤਾਂ ਦੈਨ ਉਹ ਕਿਹੜਾ ਹੈਗਾ, ਪੁਆਇੰਟ ਆਫ ਮੈਕਸਿਮਾ। ਅਗਰ ਸੈਕੰਡ ਡੈਰੀਵੇਟਿਵ ਪੋਜ਼ਿਟਿਵ ਹੈ ਦੈਨ ਉਹ ਕੀ ਹੈਗਾ, ਪੁਆਇੰਟ ਆਫ ਮਿਨੀਮਾ। ਤੇ ਅਗਰ ਸੈਕੰਡ ਡੈਰੀਵੇਟਿਵ ਉਸ ਪੁਆਇੰਟ ਦੇ ਕ੍ਰਿਟੀਕਲ ਪੁਆਇੰਟ ਦੇ ਉੱਤੇ ਜ਼ੀਰੋ ਹੋ ਜਾਂਦਾ ਹੈ, ਇਹਦਾ ਮਤਲਬ ਸੈਕੰਡ ਡੈਰੀਵੇਟਿਵ ਟੈਸਟ ਫੇਲ ਹੋ ਜਾਂਦਾ ਹੈ। ਸੋ ਹੁਣ ਜਿਹੜਾ ਮੈਕਸਿਮਾ ਤੇ ਮਿਨੀਮਾ ਦੇ ਦੋ ਤਰ੍ਹਾਂ ਦੇ ਕਨਸੈਪਟ ਹੁੰਦੇ ਆ, ਇੱਕ ਲੋਕਲ ਤੇ ਇੱਕ ਗਲੋਬਲ ਜਾਂ ਐਬਸੋਲੂਟ ਵੀ ਇਹਨੂੰ ਕਹਿ ਦਿੰਦੇ ਆ, ਹੈ ਨਾ। ਸੋ ਲੋਕਲ ਦਾ ਇਹ ਹੁੰਦਾ ਵੀ ਜੇ ਆਪਾਂ ਮੰਨ ਲਓ ਮਤਲਬ ਮੇਰਾ ਸ਼ਹਿਰ ਮੁਕਤਸਰ ਹੈ ਨਾ, ਮੈਂ ਮੁਕਤਸਰ ਦੇ ਆਪਾਂ ਅਮੀਰ ਬੰਦੇ ਦੇਖਣੇ ਆ ਤਾਂ ਇੱਕ ਮੁਕਤਸਰ ਦਾ ਹੀ ਅਮੀਰ ਨਿਕਲ ਆਊਗਾ ਨਾ। ਪਰ ਜੇ ਮੈਂ ਹਰੇਕ ਜ਼ਿਲ੍ਹੇ ਦਾ ਅਲੱਗ-ਅਲੱਗ ਦੇਖਾਂ ਤਾਂ ਉਹ ਹਰੇਕ ਏਰੀਆ ਦਾ ਅਮੀਰ ਬੰਦਾ ਹਰੇਕ ਜ਼ਿਲ੍ਹੇ ਦਾ ਅਲੱਗ-ਅਲੱਗ ਹੋਊਗਾ। ਪਰ ਜੇ ਮੈਂ ਕਹਾਂ ਪੂਰੇ ਪੰਜਾਬ ਦਾ ਇੱਕ ਅਮੀਰ ਬੰਦਾ ਦੇਖਣਾ ਤਾਂ ਉਹ ਪੰਜਾਬ ਲਈ ਗਲੋਬਲ ਵੈਲਿਊ ਹੋ ਗਈ ਉਹਦੀ, ਉਹ ਇੱਕੋ ਹੀ ਹੋਊਗਾ। ਸੋ ਇਸੇ ਤਰ੍ਹਾਂ ਜਿਹੜਾ ਲੋਕਲ ਮੈਕਸਿਮਾ ਹੁੰਦਾ ਉਹ ਇੱਕ ਪੁਆਇੰਟ ਦੇ ਦੁਆਲੇ ਹੀ ਹੁੰਦਾ, ਇੱਕ ਪੁਆਇੰਟ ਦੇ ਜਿਹੜਾ ਵੀ ਪੁਆਇੰਟ ਦਿੱਤਾ ਹੋਊਗਾ। ਸੋ ਇੱਥੇ ਡੈਫੀਨੇਸ਼ਨ ਉਹੀ ਹੈ ਵੀ ਉਹ ਅਗਰ ਜਿਹੜੇ ਪੁਆਇੰਟ 'ਤੇ ਮੈਕਸਿਮਾ ਆ ਰਿਹਾ ਬਾਕੀ ਸਾਰੇ ਉਹਦੇ ਨੇਬਰਹੁੱਡ ਵਾਲੇ ਪੁਆਇੰਟ ਆ ਜਿਹੜੇ ਉਹ ਫੰਕਸ਼ਨ ਦੀ ਵੈਲਿਊ ਉਸ ਤੋਂ ਘੱਟ ਹੋਊਗੀ। ਸੋ ਆਹ ਦੀ ਡੈਫੀਨੇਸ਼ਨ ਉੱਤੇ ਦਿੱਤੀ ਹੋਈ ਹੈ, ਮਿਨੀਮਾ ਦੇ ਵਿੱਚ ਵੱਧ ਹੋਊਗੀ, ਮੈਕਸਿਮਾ ਦੇ ਵਿੱਚ ਘੱਟ ਹੋਊਗੀ। ਆਹ ਸਾਡੀਆਂ ਗ੍ਰਾਫ ਇਹਦੇ ਦਿੱਤੇ ਹੋਏ ਹੈ। ਸੋ ਦੇਰ ਆਰ ਕੀ ਪੁਆਇੰਟਸ ਟੂ ਰਿਮੈਂਬਰ, the points at which a function attains either the local maximum value or the local minimum value are called extreme points, and both local maximum and minimum values are called the extreme values of the function. Second point is the local maximum and the minimum values are also called relative maximum and relative minimum values. ਇਹ ਵੀ ਪੁੱਛ ਲੈਂਦੇ ਆ ਜੀ। A function may have maxima or minima at a point without being ਡਰਾਈਵੇਬਲ ਐਟ ਦੈਟ ਪੁਆਇੰਟ। ਜ਼ਰੂਰੀ ਨਹੀਂ ਹੁੰਦਾ ਵੀ ਉੱਥੇ ਡੈਰੀਵੇਟਿਵ ਜ਼ੀਰੋ ਹੋਵੇ, ਜਿਹੜੇ ਸ਼ਾਰਪ ਕਾਰਨਰ ਪੁਆਇੰਟ ਹੈ ਉਹ ਵੀ ਤਾਂ ਕ੍ਰਿਟੀਕਲ ਪੁਆਇੰਟ ਹੁੰਦੇ ਆ, ਉੱਥੇ ਵੀ ਮੈਕਸਿਮਾ ਤੇ ਮਿਨੀਮਾ ਹੋ ਸਕਦਾ ਹੈ। ਇੱਕ ਹੋਰ ਸਿਚੁਏਸ਼ਨ ਹੈ, ਇਫ ਐਫ ਡਜ਼ ਨਾਟ ਐਗਜ਼ਿਸਟ ਦੇਰ ਇਜ਼ ਨੋ ਕੁਐਸਚਨ ਆਫ ਐਕਸਟ੍ਰੀਮਮ ਐਟ ਦੈਟ ਪੁਆਇੰਟ। ਅਗਰ ਕੋਈ ਫੰਕਸ਼ਨ ਹੀ ਉਸ ਪੁਆਇੰਟ 'ਤੇ ਨਹੀਂ ਡਿਫਾਈਨ ਹੈਗਾ ਤਾਂ ਉਹ ਤਾਂ ਡੋਮੇਨ ਤੋਂ ਹੀ ਬਾਹਰ ਹੋ ਗਿਆ, ਤਾਂ ਉੱਥੇ ਮੈਕਸਿਮਾ ਜਾਂ ਮਿਨੀਮਾ ਹੁੰਦਾ ਤਾਂ ਸਵਾਲ ਪੈਦਾ ਨਹੀਂ ਹੁੰਦਾ ਹੈਗਾ। ਤਾਂ ਮੈਕਸਿਮਾ ਐਂਡ ਮਿਨੀਮਾ ਅਕਰ ਅਲਟਰਨੇਟਿਵਲੀ, that is between any two maxima there always occurs one minima and vice versa। ਮਤਲਬ ਦੋ ਮੈਕਸਿਮਾ ਦੇ ਵਿਚਕਾਰ ਇੱਕ ਮਿਨੀਮਾ ਹੋਊਗਾ ਤੇ ਦੋ ਮਿਨੀਮਾ ਦੇ ਵਿਚਕਾਰ ਇੱਕ ਮੈਕਸਿਮਾ ਹੋਊਗਾ। ਮਤਲਬ ਇਦਾਂ ਹੀ ਹੈ ਨਾ। ਜੇ ਇਸ ਪੁਆਇੰਟ ਨੂੰ ਥੋੜ੍ਹਾ ਹੋਰ ਐਲੈਬੋਰੇਟ ਕਰਨਾ ਹੋਵੇ ਤਾਂ ਤੁਸੀਂ ਦੇਖੋ, ਅਗਰ ਇੱਦਾਂ ਜਾ ਰਿਹਾ ਕੋਈ ਫੰਕਸ਼ਨ, ਸੋ ਆਹ ਸਾਡਾ ਹੈਗਾ ਮੈਕਸਿਮਾ ਤੇ ਆਹ ਵੀ ਇੱਕ ਲੋਕਲ ਮੈਕਸਿਮਾ ਹੋ ਗਿਆ ਤੇ ਇਹਦੇ ਵਿਚਕਾਰ ਆਹ ਇੱਕ ਮਿਨੀਮਾ ਆ ਗਿਆ। ਇਸੇ ਤਰ੍ਹਾਂ ਦੋ ਮਿਨੀਮਾ ਦੇ ਵਿਚਕਾਰ ਆਹ ਵਾਲਾ ਮੈਕਸਿਮਾ ਆ ਗਿਆ। ਠੀਕ ਹੈ ਜੀ। ਸੋ ਆਹ ਗ੍ਰਾਫ 'ਤੇ ਦੇਖੋਗੇ ਤੁਸੀਂ ਤਾਂ ਕਲੀਅਰ ਹੋ ਜਾਊਗਾ। ਤਾਂ ਉਸ ਤੋਂ ਬਾਅਦ ਇਫ ਏ ਫੰਕਸ਼ਨ ਇਜ਼ ਸਟ੍ਰਿਕਟਲੀ ਇਨਕਰੀਜ਼ਿੰਗ, ਅਗਰ ਕੋਈ ਫੰਕਸ਼ਨ ਆ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ, ਦੈਨ ਐਫ ਇਜ਼ ਲੋਕਲ ਮਿਨੀਮਾ ਐਂਡ ਐਫ ਬੀ ਇਜ਼ ਦਾ ਲੋਕਲ ਮੈਕਸਿਮਾ। ਇਹਦਾ ਸਿੱਧਾ ਹੀ ਹਿਸਾਬ ਹੈ। ਅਗਰ ਕੋਈ ਸਪੋਜ਼ ਕਰੋ ਤੁਹਾਡੇ ਕੋਲ ਫੰਕਸ਼ਨ ਇੱਦਾਂ ਦਾ ਅਨਕਰੀਜ਼ਿੰਗ, ਸਟ੍ਰਿਕਟਲੀ ਇਨਕਰੀਜ਼ਿੰਗ ਦਾ ਗ੍ਰਾਫ ਇਹੋ ਜਿਹਾ ਹੁੰਦਾ ਹੈ। ਸੋ ਆਹ ਪੁਆਇੰਟ ਏ ਸੀ, ਆਹ ਪੁਆਇੰਟ ਬੀ ਸੀ, ਇਸ ਜਗ੍ਹਾ ਦੇ ਉੱਤੇ ਐਫ ਏ ਹੋ ਗਿਆ ਤੇ ਇੱਥੇ ਜਾ ਕੇ ਐਫ ਬੀ ਹੋ ਗਿਆ। ਕਲੀਅਰਲੀ ਆਹ ਪੁਆਇੰਟ ਉਹਦਾ ਲੋਕਲ ਮਿਨੀਮਾ, ਆਹ ਵਾਲਾ ਪੁਆਇੰਟ ਹੈ ਜਿਹੜਾ ਲੋਕਲ ਮੈਕਸਿਮਾ ਹੈ। ਸੋ ਡਿਕਰੀਜ਼ਿੰਗ ਫੰਕਸ਼ਨ ਦੇ ਵਿੱਚ ਜਿਹੜੀ ਸਿਚੁਏਸ਼ਨ ਉਲਟ ਹੋ ਜੂਗੀ, ਉੱਥੇ ਗ੍ਰਾਫ ਪਹਿਲਾਂ ਹੋਊਗਾ, ਮਤਲਬ ਫਸਟ ਪੁਆਇੰਟ ਦੇ ਉੱਤੇ ਮੈਕਸਿਮਾ ਆ ਜਾਊਗਾ ਤੇ ਦੂਸਰੇ ਲਾਸਟ ਐਂਡ ਪੁਆਇੰਟ ਦੇ ਉੱਤੇ ਜਿਹੜਾ ਉਹ ਮਿਨੀਮਾ ਆਵੇਗਾ। ਉਸ ਤੋਂ ਬਾਅਦ ਗ੍ਰੇਟੈਸਟ ਐਂਡ ਲੀਸਟ ਵੈਲਿਊ ਆਫ ਅ ਫੰਕਸ਼ਨ ਇਨ ਏ ਕਲੋਜ਼ਡ ਇੰਟਰਵਲ, ਐਬਸੋਲੂਟ ਮੈਕਸਿਮਮ ਐਂਡ ਐਬਸੋਲੂਟ ਮਿਨੀਮਾ। ਉਹਦੇ ਵਿੱਚ ਕੀ ਹੁੰਦਾ, ਬੜਾ ਸਿੱਧਾ ਜਿਹਾ ਹਿਸਾਬ ਹੈ। ਆਪਾਂ ਕੀ ਕਰਨਾ ਵੀ ਕੋਈ ਸਾਨੂੰ ਫੰਕਸ਼ਨ ਦਿੱਤਾ ਹੋਵੇ, ਉਹਦੀ ਪੂਰੀ ਡੋਮੇਨ ਦੇ ਉੱਤੇ ਉਹਦੀ ਗ੍ਰੇਟੈਸਟ ਵੈਲਿਊ ਦੇਖਣੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਤਾਂ ਉਸ ਫੰਕਸ਼ਨ ਦੇ ਕੀ ਕੱਢਾਂਗੇ, ਕ੍ਰਿਟੀਕਲ ਪੁਆਇੰਟਸ ਕੱਢ ਲਾਂਗੇ ਜਿੰਨੇ ਵੀ ਹੈ। ਤਾਂ ਦੋਨੇ ਐਂਡ ਪੁਆਇੰਟਸ ਆ ਵੇਖੋ, ਪਹਿਲਾ ਐਂਡ ਪੁਆਇੰਟ, ਦੂਜਾ ਐਂਡ ਪੁਆਇੰਟ ਤੇ ਨਾਲ ਜਿੰਨੇ ਵੀ ਉਹਦੇ ਕ੍ਰਿਟੀਕਲ ਪੁਆਇੰਟਸ ਆਏ ਆ, ਹਰੇਕ ਪੁਆਇੰਟ ਦੇ ਉੱਤੇ ਫੰਕਸ਼ਨ ਦੀ ਵੈਲਿਊ ਦੇਖ ਲਾਂਗੇ ਤੇ ਜਿਹੜੀ ਉਹਨਾਂ ਵਿੱਚ ਸਭ ਤੋਂ ਬੜੀ ਹੋਈ ਮੈਕਸਿਮਮ ਹੋਈ ਦੈਟ ਵਿਲ ਬੀ ਦਾ
ਐਬਸੋਲੂਟ ਮੈਕਸਿਮਮ ਵੈਲਿਊ ਤੇ ਜਿਹੜੀ ਮਿਨੀਮਮ ਹੋਈ ਉਹ ਜਿਹੜੀ ਸਮਾਲੈਸਟ ਜਾਂ ਉਹ ਐਬਸੋਲੂਟ ਮਿਨੀਮਮ ਵੈਲਿਊ ਹੋ ਜੂਗੀ। ਥੋੜਾ ਜਿਹਾ ਗ੍ਰਾਫ ਤੇ ਤੁਸੀਂ ਦੇਖੋਗੇ ਤਾਂ ਬੜਾ ਸੋਹਣਾ ਗ੍ਰਾਫ, ਬਹੁਤ ਕੁਝ ਕਲੀਅਰ ਕਰਦਾ ਇਹ ਵੀ ਕਿੱਥੇ ਡੈਰੀਵੇਟਿਵ ਪੋਜ਼ਿਟਿਵ ਹੈ, ਕਿੱਥੇ ਡੈਰੀਵੇਟਿਵ ਨੈਗੇਟਿਵ ਹੈ। ਉੱਥੋਂ ਦੇਖੋਗੇ ਫੰਕਸ਼ਨ ਇਨਕਰੀਜ਼ਿੰਗ ਹੈ, ਜਿਵੇਂ A ਤੋਂ C1 ਦੇ ਵਿਚਕਾਰ ਇਹਦਾ ਡੈਰੀਵੇਟਿਵ ਪੋਜ਼ਿਟਿਵ ਹੈ, ਇਹਦਾ ਮਤਲਬ ਫੰਕਸ਼ਨ ਇਨਕਰੀਜ਼ਿੰਗ ਹੈ। F ਡੈਸ਼ ਤੇ ਜਾ ਕੇ ਕੀ ਹੋਇਆ, ਉੱਥੇ 0 ਹੋ ਗਿਆ ਤੇ ਬਟ ਉਹਦਾ ਪਹਿਲਾਂ ਵੀ ਸਾਈਨ ਪੋਜ਼ਿਟਿਵ ਸੀ, ਇੱਥੇ ਵੀ ਸਾਈਨ ਪੋਜ਼ਿਟਿਵ ਸੀ ਤੇ ਇੱਥੇ ਵੀ ਸਾਈਨ ਪੋਜ਼ਿਟਿਵ ਸੀ। ਤੇ ਇਹਦਾ ਮਤਲਬ ਹੈ ਵੀ ਇੱਥੇ ਤੁਹਾਡਾ ਉਹ ਨੋ ਐਕਸਟ੍ਰੀਮਮ, ਇੱਥੇ ਕੋਈ ਮੈਕਸਿਮਮ ਤੇ ਮਿਨੀਮਮ ਵੈਲਿਊ ਉਹਦੀ ਨਹੀਂ ਆਏਗੀ। ਫਿਰ ਉਸ ਤੋਂ ਬਾਅਦ ਜਾ ਕੇ ਅੱਗੇ ਦੇਖੋ C2 ਦੇ ਉੱਤੇ ਡੈਰੀਵੇਟਿਵ ਪਹਿਲਾਂ ਪੋਜ਼ਿਟਿਵ ਹੈ, ਪਲੱਸ ਹੋ ਗਿਆ, ਫਿਰ ਉਹਦਾ ਡੈਰੀਵੇਟਿਵ C2 ਤੋਂ ਜਿਵੇਂ ਹੀ ਕ੍ਰਾਸ ਕੀਤਾ ਉਹ ਮਾਈਨਸ ਹੋ ਗਿਆ। ਸੋ PM ਦੀ ਸਿਚੁਏਸ਼ਨ ਆ ਗਈ। ਤਾਂ ਇੱਥੇ ਕਿਹੜੀ ਸਿਚੁਏਸ਼ਨ ਹੋ ਗਈ, ਲੋਕਲ ਮੈਕਸਿਮਾ। ਫਿਰ ਅੱਗੇ ਚਲੇ ਗਏ C3 ਦੇ ਅਰਾਊਂਡ, ਦੇਖੋ ਪਹਿਲਾਂ ਮਾਈਨਸ ਸੀ ਤੇ ਜਿਵੇਂ ਹੀ ਉਹਨੂੰ ਕ੍ਰਾਸ ਕੀਤਾ C3 ਨੂੰ, ਫਿਰ ਉਹ ਪਲੱਸ ਹੋ ਗਈ, MP ਹੋ ਗਿਆ। ਤਾਂ MP ਦੇ ਵਿੱਚ ਕੀ ਹੁੰਦਾ, ਲੋਕਲ ਮਿਨੀਮਾ ਹੁੰਦਾ ਤੇ ਡਾਇਗਰਾਮ ਤੋਂ ਬਿਲਕੁਲ ਕਲੀਅਰ ਹੈ ਵੀ ਉੱਥੇ ਲੋਕਲ ਮਿਨੀਮਾ। C4 ਬੜਾ ਇੰਟਰਸਟਿੰਗ ਪੁਆਇੰਟ ਆ, ਉਹਦੇ ਕਾਰਨਰ ਤੇ ਜਾ ਕੇ ਉੱਥੇ ਡੈਰੀਵੇਟਿਵ ਅਨਡਿਫਾਈਨਡ ਲਿਖਿਆ ਹੋਇਆ ਹੈ, ਬਟ ਉੱਥੇ ਸ਼ਾਰਪ ਕਾਰਨਰ ਪੁਆਇੰਟ ਬਣ ਰਿਹਾ, ਸੋ ਉਹ ਵੀ ਕ੍ਰਿਟੀਕਲ ਪੁਆਇੰਟ ਆ। ਸੋ ਪਹਿਲਾਂ ਮਾਈਨਸ ਸੀ M, ਫਿਰ ਉਹ ਪਲੱਸ ਹੋ ਗਿਆ, ਸੌਰੀ ਪਹਿਲਾਂ ਪਲੱਸ ਸੀ, ਜਸਟ ਮੂਮੈਂਟ, ਸੋ ਪਹਿਲਾਂ ਪਲੱਸ ਸੀ ਫਿਰ ਮਾਈਨਸ ਹੋ ਗਿਆ PM। ਸੋ ਇੱਥੇ ਕਿਹੜਾ ਪੁਆਇੰਟ ਆ ਗਿਆ, ਫਿਰ ਤੁਹਾਡਾ ਆ ਗਿਆ ਮੈਕਸਿਮਾ ਆ ਗਿਆ। ਹੁਣ ਜੇ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋ, A ਤੋਂ B ਦੇ ਵਿਚਕਾਰ 5 ਕ੍ਰਿਟੀਕਲ ਪੁਆਇੰਟ ਲਿਖੇ ਹੋਏ ਹੋਣੇ, C1 C2 C3 C4 C5। ਅਸੀਂ ਸਭ ਦੇ ਉੱਤੇ ਵੈਲਿਊਜ਼ ਦੇਖ ਲਈ। ਤਾਂ ਜਿਹੜੀ ਗ੍ਰਾਫ ਦੇ ਅਕੋਰਡਿੰਗਲੀ ਸਭ ਤੋਂ ਹਾਈਐਸਟ ਪੀਕ ਕਿੱਥੇ ਹੈ, C4 ਦੇ ਉੱਤੇ ਹੈ। ਤਾਂ ਇਹ ਸਾਡਾ ਕਿਹੜੀ ਵੈਲਿਊ ਇੱਥੇ ਲਿਖਿਆ ਵੀ ਹੋਇਆ ਨਾਲ ਵੀ ਐਬਸੋਲੂਟ ਮੈਕਸਿਮਮ। ਤੇ ਸਭ ਤੋਂ ਬਲੋ ਕਿਹੜੀ ਹੈ, ਸਭ ਤੋਂ ਛੋਟੀ ਕਿਹੜੀ ਹੈ, ਉਹ A ਤੇ ਹੈ। ਤਾਂ ਉਸ ਨੂੰ ਅਸੀਂ ਦਾ ਨਾਮ ਕੀ ਧਰਤਾ, ਐਬਸੋਲੂਟ ਮਿਨੀਮਮ। ਸੋ ਹੁਣ ਇਹਨਾਂ ਦੇ ਬੇਸ ਦੇ ਉੱਤੇ ਹੀ ਆਪਾਂ ਹੁਣ ਕੁਝ ਕੁਐਸਚਨਸ ਕਰਾਂਗੇ। ਸੋ ਸਭ ਤੋਂ ਪਹਿਲਾ ਕੁਐਸਚਨ ਤਾਂ ਉਹੀ ਆ ਗਿਆ, ਦਾ ਐਬਸੋਲੂਟ ਮੈਕਸਿਮਮ ਵੈਲਿਊ ਆਫ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦੇ ਕ੍ਰਿਟੀਕਲ ਪੁਆਇੰਟਸ ਦੀ ਲੋੜ ਆ। ਸੋ ਕ੍ਰਿਟੀਕਲ ਪੁਆਇੰਟਸ ਲਈ ਆਪਾਂ ਕੀ ਕਰਾਂਗੇ, ਇਹਦਾ ਸਭ ਤੋਂ ਪਹਿਲਾਂ ਡੈਰੀਵੇਟਿਵ ਲਵਾਂਗੇ। ਸੋ ਜਦੋਂ ਤੁਸੀਂ ਡੈਰੀਵੇਟਿਵ ਲਿਆ, ਇਹ ਬਣ ਗਿਆ ਜੀ x², ਫਿਰ -6x + 5। ਸੋ ਇਹਦਾ ਇਹਦੇ ਫੈਕਟਰਾਈਜ਼ ਕਰ ਲਓ ਜੀ ਇਹਨੂੰ, x² -5x -x + 5, x - 5 -1 x - 5। ਸੋ ਦੋ ਫੈਕਟਰ ਬਣ ਗਏ ਜੀ ਇਹਦੇ। ਤਾਂ ਜਦੋਂ ਕ੍ਰਿਟੀਕਲ ਵੈਲਿਊਜ਼ ਲਈ ਅਸੀਂ ਇਹਨੂੰ f ਡੈਸ਼ ਡੈਰੀਵੇਟਿਵ ਨੂੰ 0 ਦੀ ਇਕੁਅਲ ਕੀਤਾ, ਤਾਂ ਸਾਡੇ ਕੋਲ x ਦੀਆਂ ਵੈਲਿਊਜ਼ ਆ ਗਈਆਂ, ਦੋ ਵੈਲਿਊਜ਼ ਆ ਗਈਆਂ 1 ਐਂਡ 5। ਬਟ ਸਾਡਾ ਜਿਹੜਾ ਡੋਮੇਨ ਸੈੱਟ ਆ ਉਹ ਤਾਂ 0 ਤੋਂ 4 ਹੈ, ਇਸ ਕਰਕੇ 5 ਵਾਲੀ ਵੈਲਿਊ ਅਸੀਂ ਡਿਸਕਾਰਡ ਕਰਤੀ। ਹੁਣ ਸਾਡੇ ਕੋਲ ਦੋਵੇਂ ਐਂਡ ਪੁਆਇੰਟਸ ਕਿਹੜੇ ਕਿਹੜੇ, ਇੱਕ 0 ਇੱਕ 4 ਤੇ ਇੱਕ ਸਾਡਾ ਕ੍ਰਿਟੀਕਲ ਪੁਆਇੰਟ ਜਿਹੜਾ ਅੰਡਰ ਕੰਸੀਡਰੇਸ਼ਨ ਹੈ। ਇਹਨਾਂ ਤਿੰਨਾਂ ਦੇ ਉੱਤੇ ਫੰਕਸ਼ਨ ਦੀ ਵੈਲਿਊ ਦੇਖਾਂਗੇ, ਜਿਹਨੇ ਮੈਕਸਿਮਮ ਵੈਲਿਊ ਦੇਤੀ ਦੈਟ ਵਿਲ ਬੀ ਦਾ ਆਵਰ ਆਨਸਰ। ਸੋ ਸਭ ਤੋਂ ਪਹਿਲਾਂ 0 ਤੋਂ ਵੇਖੀਏ, 0 ਤੇ ਆ ਜੋ ਫਿਲ ਕੀਤੀ ਸਾਰੇ ਖਤਮ ਹੋ ਗਏ, ਕੱਲੀ 8 ਆ ਗਈ। ਉਸ ਤੋਂ ਬਾਅਦ ਅਸੀਂ ਹੁਣ ਦੇਖੀਏ 4 ਤੇ ਦੇਖ ਲੈਂਦੇ ਹਾਂ। ਤਾਂ ਇਹ ਹੋ ਗਿਆ ਜੀ, ਵੈਲਿਊ ਫਿਲ ਕਰੋ ਜੀ ਫੰਕਸ਼ਨ ਦੇ ਵਿੱਚ। ਵੈਲਿਊਜ਼ ਫਿਲ ਕੀਤੀਆਂ ਜੀ। -20 4/3। ਇੱਕ ਤੇ ਰਹਿ ਗਈ ਜੀ F1 ਤੇ ਦੇਖ ਲਓ, F1 1/3 -3 + 5 + 8। ਸੋ ਇਹ ਹੋ ਗਏ ਜੀ 1/3 + 10 31/3। ਸੋ ਆਈ ਥਿੰਕ ਮੈਕਸਿਮਮ ਵੈਲਿਊ 31/3 ਹੋਗੀ। ਸੋ ਦੈਟ ਇਜ਼ ਆਵਰ ਆਨਸਰ। ਨੈਕਸਟ ਕੁਐਸਚਨ ਦੇ ਵਿੱਚ ਜੀ ਫਿਰ ਉਹੀ ਐਬਸੋਲੂਟ ਮਿਨੀਮਮ ਕੱਢਣੀ ਹੈ ਔਨ ਦਾ ਇੰਟਰਵਲ 1 ਐਂਡ 5। ਸਭ ਤੋਂ ਪਹਿਲਾਂ ਉਹਦਾ ਆਪਣਾ ਡੈਰੀਵੇਟਿਵ ਲਵਾਂਗੇ। ਡੈਰੀਵੇਟਿਵ ਜਦੋਂ ਲਿਆ ਤਾਂ ਹੋਣਗੇ 6x² -30x + 6। ਸੋ 6 ਕਾਮਨ ਲੈ ਲਓ, x² -5x 36 + 6। So 6 - -2 x -
3 तो फॉर क्रिटिकल वैल्यूज़ ਇਹਨੂੰ 0 ਕਰਤਾ ਤੇ x ਦੀਆਂ ਵੈਲਿਊਜ਼ ਕਿੰਨੀਆਂ ਆਈਆਂ ਸਾਡੇ ਕੋਲ x ਦੀ ਵੈਲਿਊਜ਼ ਜਿਹੜੀਆਂ ਆ ਗਈਆਂ ਉਹ 2 ਐਂਡ 3 ਤੇ ਸਾਡਾ ਇੰਟਰਵਲ ਕਿਹੜਾ ਸੀਗਾ ਜੀ ਅੰਡਰ ਕੰਸੀਡਰੇਸ਼ਨ 1 ਐਂਡ 5 ਸੋ ਹੁਣ ਅਸੀਂ ਸਾਰਿਆਂ ਦੇ ਉੱਤੇ ਵੈਲਿਊਜ਼ ਦੇਖਣੀਆਂ 1 ਤੋਂ ਲੱਗ ਜਾਓ ਪਹਿਲਾਂ 1 ਤੇ ਦੇਖ ਲਈਏ ਸੋ 1 ਤੇ ਵੈਲਿਊ ਆਉਣੀ ਹੈ ਜੀ 2 ਮਾਈਨਸ 15 ਪਲੱਸ 36 ਪਲੱਸ 1 ਸੋ ਇਹ ਹੋ ਗਈ ਜੀ ਸਾਡੇ ਕੋਲ 39 ਮਾਈਨਸ 15 24 ਫਿਰ ਅਸੀਂ ਦੇਖੀਏ ਜੀ 2 ਦੇ ਉੱਪਰ 2 ਤੇ ਤੁਸੀਂ ਦੇਖੋਗੇ ਤਾਂ ਇਹ ਬਣ ਜਾਣਾ ਜੀ 16 ਮਾਈਨਸ 60 plus 72 plus 1 calculations करो 29 f3 ਤੇ ਦੇਖੋਗੇ ਤੁਸੀਂ ਤਾਂ 54 minus 135 plus 108 plus 1 ਸੋ ਇਹ ਬਣ ਜਾਣਾ ਜੀ 163 ਤੇ ਮਾਈਨਸ 135 28 ਇਸੇ ਤਰ੍ਹਾਂ ਤੁਸੀਂ 5 ਤੇ ਦੇਖ ਲਿਓ ਇਹਨੂੰ ਥੋੜ੍ਹੀਆਂ ਕੈਲਕੂਲੇਸ਼ਨਸ ਕਰੋਗੇ ਦੈਨ ਯੂ ਵਿਲ ਗੈਟ ਆਈ ਥਿੰਕ 56 ਸੋ ਆਪਾਂ ਨੂੰ ਪੁੱਛਿਆ ਸੀ ਮਿਨੀਮਮ ਸੋ ਮਿਨੀਮਮ ਕਿੱਥੇ ਹੈ 24 ਤੇ ਸੋ ਆਵਰ ਆਨਸਰ ਇਜ਼ ਦਿਸ ਵਨ ਹਾਂਜੀ ਕੁਐਸਚਨ ਨੰਬਰ 3 ਲੋਕਲ ਮੈਕਸਿਮਮ ਵੈਲਿਊ ਆਫ f(x) ਤਾਂ ਇਹਦੇ ਵਿੱਚ ਕੀ ਹੈ ਜੀ ਉਹੀ ਡੈਰੀਵੇਟਿਵ ਲੈ ਲਓ ਪਹਿਲਾਂ ਡੈਰੀਵੇਟਿਵ ਲਿਆ ਤਾਂ ਉਹ ਬਣ ਗਿਆ ਜੀ 3x² ਮਾਈਨਸ 12 ਫਿਰ ਡਬਲ ਡੈਰੀਵੇਟਿਵ ਲਿਆ ਜੀ ਤਾਂ ਉਹ ਤੁਹਾਡੇ ਕੋਲ ਹੋ ਗਿਆ ਜੀ 6x ਸੋ ਕ੍ਰਿਟੀਕਲ ਵੈਲਿਊਜ਼ ਲਈ ਡੈਰੀਵੇਟਿਵ ਨੂੰ 0 ਦੇ ਇਕੁਅਲ ਕਰ ਦਿਓ ਜੀ ਸੋ 3x² ਮਾਈਨਸ 12 ਇਜ਼ ਇਕੁਅਲ ਟੂ 0 ਸੋ x ਦੀ ਵੈਲਿਊ ਆ ਗਈ ਜੀ ਪਲੱਸ ਮਾਈਨਸ 2 ਤਾਂ ਨੈਚੁਰਲੀ ਹੈ ਜਿਹੜਾ x ਇਕੁਅਲ ਟੂ ਮਾਈਨਸ 2 ਇਜ਼ ਪੁਆਇੰਟ ਆਫ ਮੈਕਸਿਮਾ ਤਾਂ ਮੈਕਸਿਮਮ ਵੈਲਿਊ ਕਿੰਨੀ ਆ ਗਈ ਜੀ ਆ ਇਹਦੇ ਵਿੱਚ ਫਿਲ ਕਰ ਦਿਓ f ਮਾਈਨਸ 2 8 ਮਾਈਨਸ ਤੁਹਾਡਾ ਹੋ ਗਿਆ ਜੀ ਮਾਈਨਸ 8 ਹੋ ਗਿਆ ਤੇ ਤੁਹਾਡਾ ਮਾਈਨਸ 2 ਮਾਈਨਸ 8 ਤੁਹਾਡੇ ਕੋਲ ਆਈ ਥਿੰਕ ਇਸ ਦਾ ਆਨਸਰ ਹੈ ਜਿਹੜਾ ਜੀ 16 ਹੋਣਾ ਚਾਹੀਦਾ ਸੋ ਆ ਗਿਆ ਸੀ ਇਹਦਾ ਡੈਰੀਵੇਟਿਵ ਦੇਖੋ ਜੀ e-x ਦਾ ਡੈਰੀਵੇਟਿਵ ex ਹੀ ਆ ਗਿਆ ਇਹ ਕਦੇ 0 ਨਹੀਂ ਹੁੰਦਾ ਹੈਗਾ f-x ਦਾ ਡੈਰੀਵੇਟਿਵ ਆ ਗਿਆ 1/x ਇਹ ਕਦੇ 0 ਨਹੀਂ ਹੁੰਦਾ ਹੈਗਾ ਅਤੇ ਉਸ ਤੋਂ ਬਾਅਦ ਹੈ ਜੀ ਇਸ ਦਾ ਡੈਰੀਵੇਟਿਵ ਵੇਖੋਗੇ ਤੁਸੀਂ x³ ਪਲੱਸ x² ਪਲੱਸ x ਪਲੱਸ 1 ਸੋ ਇਹਦਾ ਡੈਰੀਵੇਟਿਵ ਆ ਗਿਆ ਜੀ 3x² ਪਲੱਸ 2x ਪਲੱਸ 1 ਇਹਦਾ ਡਿਸਕ੍ਰੀਮੀਨੈਂਟ ਹੈ ਜੀ ਉਹ ਆ ਜਾਊਗਾ ਨੈਗੇਟਿਵ ਸੋ ਇਹਦਾ ਵੀ ਕੋਈ ਨੋ ਰੀਅਲ ਰੂਟ ਜੀ ਨੋ ਰੀਅਲ ਰੂਟ ਸੋ ਇਹਦੇ 'ਚ ਜਿਹੜੀਆਂ ਹੈਗੀਆਂ ਸਾਰੀਆਂ ਕੰਡੀਸ਼ਨਸ ਹੀ ਇਹਨਾਂ ਵਿੱਚੋਂ ਪੁੱਛਿਆ ਸੀ ਵਿੱਚੋਂ ਤਾਂ ਫੋਲੋਇੰਗ ਫੰਕਸ਼ਨਸ ਡੂ ਨਾਟ ਹੈਵ ਅ ਮੈਕਸਿਮਾ ਔਰ ਮਿਨੀਮਾ ਸੋ ਕਿਸੇ ਦਾ ਵੀ ਨਹੀਂ ਹੈਗਾ ਜੀ ਆਨਸਰ ਕਿੰਨਾ ਆ ਗਿਆ ਜੀ ਡੀ ਆ ਗਿਆ ਜੀ ਹਾਂਜੀ ਨੈਕਸਟ ਕੁਐਸਚਨ ਤੇ ਆਓ the maximum profit that a company can make if the profit function is given by this so ਫੰਡਾ ਸਾਡਾ ਫੇਰ ਸੇਮ ਹੀ ਹੈ ਜੀ ਇਹਦਾ ਕ੍ਰਿਟੀਕਲ ਵੈਲਿਊਜ਼ ਲਈ ਤਾਂ ਤੁਸੀਂ ਇਹਦਾ ਡੈਰੀਵੇਟਿਵ ਲਾਓਗੇ that is minus 72 36x ਡਬਲ ਡੈਰੀਵੇਟਿਵ ਲਾਓਗੇ ਜੀ ਇਹਦਾ ਤਾਂ ਉਹ ਹੋ ਗਿਆ ਜੀ ਮਾਈਨਸ 36 ਤਾਂ ਕ੍ਰਿਟੀਕਲ ਵੈਲਿਊਜ਼ ਲਈ ਇਹਦਾ ਡੈਰੀਵੇਟਿਵ ਨੂੰ ਅਸੀਂ 0 ਫਿਲ ਕੀਤਾ ਤਾਂ ਉੱਥੋਂ ਜਿਹੜੀ x ਦੀ ਵੈਲਿਊ ਆ ਗਈ ਸਾਡੇ ਕੋਲ -2 ਸੋ ਸੈਕੰਡ ਡੈਰੀਵੇਟਿਵ ਜਿਹੜਾ ਇਹਦਾ ਹੈਗਾ ਜੀ ਉਹ -2 ਤੇ ਕਿੰਨਾ ਜੀ -36 ਹੈ ਉਹ ਨੈਗੇਟਿਵ ਹੈ ਜੀ
सो x इक्वल टू -2 इज पॉइंट ऑफ मैक्सिमा। सो मैक्सिमम वैल्यू कितनी आ गई जी, इतने -2 फिल कर दो। सो 41 इतने +1 44 ਤੇ ਆ ਕਿੰਨਾ ਹੋ ਗਿਆ ਜੀ -72। ਸੋ ਇਹ ਹੋ ਗਿਆ ਜੀ ਤੁਹਾਡੇ ਕੋਲ 185 -72। ਸੋ ਸੀ ਆਂਸਰ ਆ ਗਿਆ ਜੀ। ਸੋ ਵਟ ਇਜ਼ ਦ ਮੈਕਸਿਮਮ ਵੈਲੂ ਆਫ ਦ ਫੰਕਸ਼ਨ sin x + cos x। ਸੋ ਤੁਸੀਂ ਇਹਨੂੰ ਕੀ ਕਰਨਾ ਜੀ, sin x + cos x ਫॉर ਕ੍ਰਿਟੀਕਲ ਵੈਲੂ ਤੁਸੀਂ ਦਾ ਡੈਰੀਵੇਟਿਵ 0 ਲਾਉਂਗੇ ਪਹਿਲਾਂ, cos x - sin x ਐਂਡ ਡਬਲ ਡੈਰੀਵੇਟਿਵ ਵੀ ਲੈ ਲਓ ਜੀ। ਉਹ ਹੋ ਗਿਆ ਜੀ -sin x - cos x। ਸੋ ਪਹਿਲਾਂ ਡੈਰੀਵੇਟਿਵ ਨੂੰ 0 ਕੀਤਾ ਜੀ ਕ੍ਰਿਟੀਕਲ ਵੈਲਿਊਜ਼ ਲਈ, ਤਾਂ ਤੁਸੀਂ ਦੇਖੋਗੇ cos x - sin x ਇਕੁਅਲ ਟੂ 0, sin x ਇਕੁਅਲ ਟੂ cos x। ਸੋ tan x ਇਕੁਅਲ ਟੂ 1। tan x 1 ਕਦੋਂ ਹੁੰਦਾ ਜੀ, ਜਦੋਂ x ਦੀ ਵੈਲਿਊ ਕਿੰਨੀ ਹੋਵੇ ਜੀ π/4। ਸੋ ਹੁਣ ਇਹਦੇ ਵਿੱਚ ਇਹਦੀ ਵੈਲਿਊ ਦੇਖੀਏ ਜੀ, ਇਹਦੀ ਦੋਵਾਂ ਦੀ ਵੈਲਿਊ -1/√2 -1/√2 ਇਹ ਨੈਗੇਟਿਵ ਆ ਗਈ ਜੀ। ਸੋ ਇਹ ਵਾਲਾ ਪੁਆਇੰਟ ਕਿਹੜਾ ਹੈਗਾ ਜੀ, ਪੁਆਇੰਟ ਆਫ ਮੈਕਸੀਮਾ। ਤਾਂ ਮੈਕਸੀਮਮ ਵੈਲਿਊ ਕਿੰਨੀ ਆ ਗਈ ਜੀ ਫਿਰ ਐਟ f ਇਕੁਅਲ ਟੂ π/4। ਵੈਲਿਊ ਫਿਲ ਕਰ ਦਿਓ ਫੰਕਸ਼ਨ ਦੇ ਵਿੱਚ ਇਸ ਜਗ੍ਹਾ ਦੇ ਉੱਪਰ, ਤਾਂ sin π/4 + cos π/4। ਕੁਐਸਚਨ ਇੰਪੋਰਟੈਂਟ ਹੈ ਜੀ ਇਹ, 1/√2 + 1/√2। ਸੋ 2/√2 ਦੈਟਸ √2। ਸੋ ਆ ਹੋ ਗਿਆ ਜੀ ਕੁਐਸਚਨ ਨੰਬਰ 6 ਦਾ ਸੀ ਆਂਸਰ ਆ ਗਿਆ ਜੀ। The two number whose sum is 24 and whose product is as large as possible। ਸੋ ਸਿੰਪਲ ਦੋ ਨੰਬਰ ਦਿੱਤੇ ਆ ਜੀ, ਤੁਸੀਂ ਇੱਦਾਂ ਲੈ ਲਓ x + y ਇਕੁਅਲ ਟੂ 24। ਮਤਲਬ ਇੱਕ ਨੰਬਰ x ਹੈ ਅਤੇ ਦੂਸਰਾ ਕਿੰਨਾ ਹੋ ਗਿਆ 24 - x। ਤਾਂ ਪ੍ਰੋਡਕਟ ਉਹਨਾਂ ਦੀ ਕੀ ਹੋ ਗਈ ਜੀ xy ਮੀਨਸ x 24 - x। ਇਹਨੂੰ ਲਾਰਜ ਕਰਨ ਲਈ ਹੈ ਜੀ, ਇਹਦਾ ਡੈਰੀਵੇਟਿਵ ਲਾ ਲਓ dp/dx that will be equal to 24 - 2x। तो फिर ਇਹਦਾ ਡਬਲ ਡੈਰੀਵੇਟਿਵ ਲੈ ਲਓ ਜੀ, ਉਹ ਤੁਹਾਡੇ ਕੋਲੇ -2 ਆ ਗਿਆ। ਤੇ ਕ੍ਰਿਟੀਕਲ ਵੈਲਿਊਜ਼ ਲਈ ਇੱਥੋਂ ਕ੍ਰਿਟੀਕਲ ਵੈਲਿਊਜ਼ ਆ ਗਈਆਂ ਸਾਡੀ x ਦੀ ਵੈਲਿਊ ਕਿੰਨੀ ਆ ਗਈ 12। ਤਾਂ ਡੈਰੀਵੇਟਿਵ ਨੈਗੇਟਿਵ ਹੀ ਸੀਗਾ ਜੀ, ਕਿਉਂਕਿ ਕੌਨਸਟੈਂਟ ਹੈ, ਇੰਡੀਪੈਂਡੈਂਟ ਆਫ x ਵੈਲਿਊ ਹੋ ਗਈ। ਸੋ x ਇਕੁਅਲ ਟੂ 12 ਕੀ ਹੋ ਗਿਆ ਤੁਹਾਡਾ ਪੁਆਇੰਟ ਆਫ ਮੈਕਸੀਮਾ। ਸੋ ਇੱਕ ਨੰਬਰ 12 ਤਾਂ ਦੂਸਰਾ ਨੰਬਰ ਵੀ ਕਿੰਨਾ ਆ ਗਿਆ 12 ਆ ਗਿਆ। ਤਾਂ ਆਂਸਰ ਕਿੰਨਾ ਆ ਗਿਆ ਜੀ A। ਕਈ ਵਾਰ ਤੁਹਾਨੂੰ ਪ੍ਰੋਡਕਟ ਹੀ ਪੁੱਛ ਲੈਂਦਾ ਕਿੰਨੀ ਹੋਊਗੀ, ਤਾਂ ਫਿਰ ਇਹਦਾ ਆਂਸਰ ਕਿੰਨਾ ਹੋਣਾ ਸੀ 144। ਸੋ ਤੁਹਾਡੇ ਕੋਲ ਇੱਥੇ ਸਿਚੁਏਸ਼ਨ ਕੀ ਹੈ, 2 ਨੰਬਰਸ ਉਹ ਸਮ ਇਜ਼ 15। ਤੁਸੀਂ ਰਿਜ਼ਲਟ ਹੀ ਯਾਦ ਕਰ ਲਓ, ਅਗਰ ਇੱਦਾਂ ਦਾ ਹੋਵੇ ਇਕੁਅਲ ਟੂ K ਤਾਂ ਆ ਮਿਨੀਮਮ ਹੁੰਦਾ ਹੈ। ਇਹ ਤੁਹਾਡੀ NCERT ਦੀ ਬੁੱਕ ਦਾ ਰਿਜ਼ਲਟ ਲਿਖਿਆ ਹੋਇਆ ਐਟ K ਇਕੁਅਲ ਟੂ 2, ਹਾਫ ਲੈ ਲੈਣਾ ਹੁੰਦਾ। ਸੋ ਇੱਥੇ 15 ਆ ਅਤੇ 15 ਦਾ ਹਾਫ 15/2। ਸੋ ਤੁਹਾਡਾ ਕਰੈਕਟ ਆਂਸਰ ਕੀ ਹੋ ਗਿਆ ਜੀ B ਹੋ ਗਿਆ। ਸੇਮ ਹੈ ਜੀ, ਟੂ ਪੋਜ਼ੀਟਿਵ ਨੰਬਰ whose sum is 16 and sum whose cubes is minimum। ਫਿਰ ਅੱਗੇ ਵਾਂਗੂ ਨੰਬਰ 2 ਲੈ ਲਓ ਜੀ, XY ਸਮ 16 ਹੈ, ਤਾਂ ਸਮ ਆਫ ਕਿਊਬਸ x³ + y³ ਮੀਨਸ x³ ਵੈਲਿਊ ਫਿਲ ਕਰ ਦਿਓ y ਦੀ ਸੀ, ਇਹਨੂੰ ਆਪਾਂ ਮਿਨੀਮਮ ਕਰਨਾ। ਸੋ ਪਹਿਲਾਂ ds/dx ਕੱਢ ਲਓ, ਡੈਰੀਵੇਟਿਵ ਲੈ ਲਓ 3x², ਇਹ ਬਣ ਗਿਆ 316 - x², ਇੱਥੇ -1 ਹੋ ਗਿਆ। ਤਾਂ ਡਬਲ ਡੈਰੀਵੇਟਿਵ ਲੈ ਲਓ, ਜੋ ਤੁਸੀਂ ਡਬਲ ਡੈਰੀਵੇਟਿਵ ਲਿਆ ਤਾਂ ਇਹ ਤੁਹਾਡਾ ਹੋ ਗਿਆ ਜੀ 6x + 6। ਤਾਂ ਇੱਥੇ ਕਿੰਨਾ ਹੋ ਗਿਆ ਜੀ 16 - x, ਇੱਕ ਮਾਈਨਸ ਹੋਰ ਲੱਗ ਗਈ। ਸੋ ਕੀ ਹੋ ਗਿਆ ਜੀ 6x + 6 × 16 - 6x। ਸੋ ਆ ਤੇ ਆ ਕੈਂਸਲ ਹੋ ਗਿਆ ਜੀ, ਤਾਂ 96। ਸੋ ਇਹ ਪੋਜ਼ੀਟਿਵ ਹੀ ਹੈ ਜੀ, ਬਸ ਕ੍ਰਿਟੀਕਲ ਵੈਲਿਊ ਦੇਖਣੀ ਹੈ ਜੀ ਇਸ ਜਗ੍ਹਾ।
ਸੋ ਕ੍ਰਿਟੀਕਲ ਵੈਲਿਊ ਕਿੰਨੀ ਆ ਗਈ ਜੀ 3x² प्लस माइनस 316 माइनस एक्स के इक्वल टू 0। सो 3 कॉमन ले लो तो स्केयर खोल दो जी प्लस 32 हाँ जी। सो आ साढ़े को एक्स की वैल्यू 16 इंटू 16/32 सो एक्स की वैल्यू 8 आ गई सी। सो दूसरी वैल्यू भी वाई भी वो भी 8 आ गई सी। सो तो आंसर कितना आ गया जी दिस वन। उस तो बाद अजी नैक्सट क्वेश्चन सानू एक फंक्शन दिता होया तो एक्स इक्वल टू 1 पूछ रहा भी की है। सब तो पहला तो फस्ट डेरीवेटिव लईए जी वो बन गया जी तुहाडे कोले 6x² माइनस 12x प्लस 6 इनू 6 कॉमन कढ़ लो जी x² माइनस 2x प्लस 1 ये बन गया जी तुहाडे कोले 6x माइनस 1 का स्केयर। सो तुसीं डबल डेरीवेटिव लाओगे दैट विल बी 12x माइनस 1। सो हुण एफ डैश एक्स नूं जो तुसीं 0 कीता तां एक्स इज इक्वल टू 1 आ गया तुहाडे कोल दैट इज़ द क्रिटिकल पॉइंट। बट ये ते डबल डेरीवेटिव 1 ते 0 हो गया ਇਹਦਾ मतलब है भी सैकंड डेरीवेटिव टेस्ट फेल हो गया। सैकंड डेरीवेटिव टेस्ट फेल्स। सो फस्ट डेरीवेटिव ते हुण तुसीं देखोगे अगर तुसीं 1 तो स्लाइटली वैल्यू घट लाओगे तो ये तो है तो स्केयर ही तो फिर भी ਇਹਦੀ वैल्यू इत्थे होनी फस्ट डेरीवेटिव टेस्ट लाउन लगे हैं। तो फस्ट डेरीवेटिव साढ़े कोल किस फंक्शन का की है 6x माइनस 1 का स्केयर। ये तो स्केयर ही है इन्हें तो पॉजिटिव ही रहना है। अगर असी इत्थे बेंचमार्क ला दिए x इक्वल टू 1 अगर x की वैल्यू पहला तो डेरीवेटिव जिहड़ा हैगा वो पॉजिटिव रहना तो x तो बाद बिगर दैन 1 तो डेरीवेटिव फिर है जिहड़ा पॉजिटिव रहना। सो डेरीवेटिव ने आपका साइन चेंज नहीं किया 1 तो पहला भी पॉजिटिव सी 1 तो बाद भी पॉजिटिव सी। सो दिस इज द पॉइंट ऑफ इनफ्लैक्शन। इंपॉर्टेंट क्वेश्चन है जी क्रिटिकल पॉइंट दिता हुआ तुहानूं याद होना लास्ट लैक्चर के असीं इहदा डेरीवेटिव कढ़िया सी अगर y इक्वल टू x रेज़ टू पावर x है तो dv/dx किस दे इक्वल होंदा जी x 1 प्लस log x लास्ट लैक्चर कीता सीगा जी उत्थों देख लियो जी। तो क्रिटिकल पॉइंट लई की करदे हुंदे जी असीं डेरीवेटिव नूं 0 दी इक्वल कर दिंदे आ। सो इहदा मतलब है दैट इज x 1 प्लस log x इक्वल टू 0। हुण आ तां नॉन जीरो है सो 0 कौन हो गया 1 प्लस log x इक्वल टू 0 हो गया। सो इनू कर लो जी 1 नूं तुसीं लिख लैंदे हो log e प्लस log x इक्वल टू इत्थे log 1 0 हो गया ना। आ फार्मूला लग गया log mn का log x e इक्वल टू log 1। सो x e इक्वल टू 1 सो x की वैल्यू कितनी आ गई जी क्रिटिकल वैल्यू x की वैल्यू आ गई 1/e। सो थोड़ा आंसर कितना आ गया जी दिस वन। क्वेश्चन नंबर 12 ये थोड़ा जिहा जी क्वेश्चन थोड़ा लेंथी है। चलो हम थोड़ा आप डिस्कस कर लेंगे इनू करना किवें जी। सब तो पहला तो मैं हिंट देऊँगा जी इस क्वेश्चन दे तुसीं की करना इहदा डेरीवेटिव लै लेना जी। डेरीवेटिव जो तुसीं ले लिया डोमेन सैट है 0 to 2π ये बन गया जी 1 2 cos 2x तो फॉर क्रिटिकल वैल्यूज़ इनू असीं 0 किया मीनस cos 2x की वैल्यू जी आ गई -1/2। सो ये कित्थे हुंदी है जी 1/2 ये हुंदी है जी cos 60 तो मीनस π/3 ते इत्थे एक माइनस सी माइनस नूं एडजस्ट करन दे चक्कर दे विच असीं इनू लिख लिया जी cos π माइनस π/3। सो cos 2x इक्वल टू किस दे इक्वल हो गया जी cos 2π/3। हुण ये +1 का चैप्टर आ गया जी इक्वेशन वाला टॉपिक। सो इत्थे साडे कोल रिजल्ट होंदा भी 2x किस दे इक्वल हो गया वो हो गया जी 2nπ प्लस माइनस
2 pi by 3 and what is n is integer 2 ਨਾਲ ਕੈਂਸਲ ਆਊਟ ਕਰ ਦਿਓ ਜੀ x ਕਿਸ ਦੇ ਇਕੁਅਲ ਹੋਗਾ ਜੀ ਫਿਰ n ਪਾਈ ਪਲੱਸ ਮਾਈਨਸ ਪਾਈ ਬਾਈ 3 n ਬਿਲੋਂਗਸ ਟੂ z ਹੁਣ ਤੁਸੀਂ ਇਹਨਾਂ ਦੀਆਂ ਵੈਲਿਊਜ਼ ਫਿਲ ਕਰੀ ਚਲੋ 0 ਤੋਂ ਸ਼ੁਰੂ ਕਰ ਲਓ ਫਿਰ 1 ਫਿਲ ਕਰ ਦਿਓ ਫਿਰ 2 ਕਰ ਦਿਓ then you will get x is equal to pi by 3 2 pi by 3 4 pi by 3 and 5 pi by 3 ਨੋਟ ਕਰੋ ਇਹ ਸਾਰੀਆਂ ਵੈਲਿਊਜ਼ 0 ਐਂਡ 2 ਪਾਈ ਦੇ ਵਿਚਕਾਰ ਲਾਈ ਕਰਦੀਆਂ ਹੁਣ ਸਾਡੇ ਕੋਲੇ ਸਾਰੇ ਕ੍ਰਿਟੀਕਲ ਪੁਆਇੰਟ ਆ ਗਏ ਤਾਂ ਹੁਣ ਅਸੀਂ ਕੀ ਕਰਾਂਗੇ ਇੱਕ ਤਾਂ 4 ਕ੍ਰਿਟੀਕਲ ਪੁਆਇੰਟਸ ਤੇ 2 ਇਹਦੇ ਐਂਡ ਪੁਆਇੰਟ ਸਭ ਤੋਂ ਵੈਲਿਊ ਦੇਖਣੀ ਸ਼ੁਰੂ ਕਰਾਂਗੇ ਇੱਥੇ ਸ਼ੁਰੂ ਕਰ ਦਿਓ ਤੁਸੀਂ f ਪਾਈ ਬਾਈ 3 ਤੇ ਦੇਖੋਗੇ ਮੈਂ ਤੁਹਾਨੂੰ ਦੱਸ ਦਿੰਦਾ ਪਾਈ ਬਾਈ 3 ਦੀ ਵੈਲਿਊ ਕਿੰਨੀ ਆਉਣੀ ਹੈ ਇਹਦੀ ਵੈਲਿਊ ਆਉਣੀ ਹੈ ਪਾਈ ਬਾਈ 3 ਪਲੱਸ ਰੂਟ 3 ਬਾਈ 2 ਫਿਰ ਤੁਸੀਂ ਉਹਦੀ ਸੈਕੰਡ ਤੇ ਦੇਖੋਗੇ 2 ਪਾਈ ਬਾਈ 3 ਤੇ ਤਾਂ ਉੱਥੇ ਦੀ ਵੈਲਿਊ ਆਉਣੀ ਹੈ 2 ਪਾਈ ਬਾਈ 3 ਮਾਈਨਸ ਰੂਟ 3 ਬਾਈ 2 ਫਿਰ ਤੁਸੀਂ ਦੇਖੋਗੇ ਇਸ ਦੀ ਵੈਲਿਊ 4 ਪਾਈ ਬਾਈ 3 ਤੇ that will be equal to 4 pi by 3 plus root 3 by 2 ਫਿਰ ਤੁਸੀਂ ਦੇਖੋਗੇ ਉਸ ਦੀ 5 pi by 3 that will be 5 pi by 3 minus root 3 by 2 ਫਿਰ ਤੁਸੀਂ ਦੇਖੋਗੇ ਨੇ ਐਂਡ ਪੁਆਇੰਟਸ ਤੇ f0 ਤੇ ਤੁਸੀਂ ਦੇਖੋਗੇ ਤਾਂ 0 plus sin 0 is equal to 0 ਤੇ ਫਿਰ ਤੁਸੀਂ 2 pi ਤੇ ਦੇਖੋਗੇ sin 2 pi 0 ਹੁੰਦਾ so 2 pi so in the whole scenario the minimum value is 0 and maximum value is 2 pi so our answer is this one question number 13 और रिजल्ट ही याद कराता जी बेसिकली ये फर्स्ट डेरिवेटिव टेस्ट है सो तुहाडे कोल इत्थे एक पॉइंट है x इक्वल टू a सो डेरिवेटिव जिहड़ा दिता होया सानू पहला पॉजिटिव दिता मीनस प्लस फिर डेरिवेटिव की हो गया जी नैगेटिव हो गया सो m तो pm बन गया जी pm ते की हुंदा पॉइंट ऑफ मैक्सिमा सेम सिमिलर सिचुएशन है जी इत्थे a है डेरिवेटिव पहला माइनस है फिर डेरिवेटिव होता प्लस हो गया mp ते की हुंदा मिनिमा नेक्स्ट आ जाओ जी फिर वही सिचुएशन आ गई जी इफ ए फंक्शन इज स्ट्रिक्टली इंक्रीजिंग ऑन f a is local minimum and f b is local maximum सो मैं तुहानूं दस्सिया सी इदां आ कोई ग्राफ दिता होया सो आ फंक्शन है जिहड़ा यह इंक्रीजिंग दा वाला सिंबल पा दो सपोज करो x इक्वल टू a है तो x इक्वल टू b है क्लीयरली आ फंक्शन मिनिमम वैल्यू कित्थे लै रहा है एफ एक्स ए ते लै रहा मतलब मिनिमम वैल्यू कितनी होगी फिर वो एफ ए होगी तो मैक्सीमम कित्थे होगी वो एफ बी ते सो एस पॉइंट साडा आ पॉइंट है जी ये मिनिमम वैल्यू होगी एफ ए मैक्सीमम वैल्यू होगी ये एफ बी किहड़े पॉइंट ते फस्ट एंड पॉइंट ते मिनिमम सैकेंड एंड पॉइंट ते मैक्सीमम सो फस्ट स्टेटमेंट इज ट्रू सो वट अबाउट द सैकेंड स्टेटमेंट बस उल्ट हो जाऊगा जी डिक्रीजिंग है तो थोड़ा ग्राफ का जोड़ा इदा का हो जाऊगा फिर पहला ही ये मैक्सीमम हैगा तो दूसरे पॉइंट पर की है वो मिनीमम है सो सैकेंड स्टेटमेंट भी ट्रू है सो बोथ आर ट्रू जी नेक्स्ट क्वेश्चन थे जी ऑफ ऑल द रेक्टेंगल्स ईच ऑफ विच हैज पेरीमीटर 32 मीटर द मैक्सिमम एरिया ऑफ सच ट्रायंगल नहीं ट्रायंगल नहीं आ कटो इनू इत्थे ट्रायंगल नहीं इत्थे रेक्टेंगल आऊगा रेक्टेंगल ही लिखो सपोज करो आ रेक्टेंगल आ तुहाडे कोल आ साइड एक्स एक्स वाई वाई सो पेरीमीटर की हुंदा 2x प्लस 2y इज इक्वल टू 32 गिवन है सो x प्लस वाई किस दी इक्वल हो गया 16 दे तो असीं देखना कि मैक्सीमम एरिया की हुंदा एक्स वाई तो वाई की वैल्यू फिल कर दो जी एक्स 16 माइनस एक्स सो क्रिटिकल वैल्यू लई डी ए बाई डी एक्स वो बन गया जी तेरे को 16 माइनस 2x सो डबल डेरीवेटिव लिया जी सो वो बन गया -2 क्रिटिकल वैल्यूज़ लिए आ डेरीवेटिव 0 की इक्वल करोगे तो एक्स की वैल्यू कितनी है कि 8 तो नैगेटिव ही है जी सो ए की हो गया जी पॉइंट ऑफ मैक्सीमा सो एक्स की वैल्यू 8 है तो वाई की वैल्यू भी 8 आ गई तो एरिया कितना हो गया 8 × 8 64 जी सो ये हो गया जी
The point at which derivative is equal to 0 or the at points at which derivative does not exist are called of course critical points जी बार कर चुके हैं जी। हाँ जी, ਸਾਨੂੰ ਇੱਥੇ ਦਿੱਤਾ ਹੋਇਆ the space as described in time by a particle moving in a straight line is given by then minimum value of its acceleration is डिस्टेंस फंक्शन ਦਾ फस्ट टाइम डेरीवेटिव करोगे तो वेलोसिटी बनती है, तो जो उस तो बाद सैकंड टाइम डेरीवेटिव करोगे तो एक्सलरेशन बनता है। सो पहला ਇਹਦਾ फस्ट टाइम डेरीवेटिव कर लो, मीनस वेलोसिटी आ जाऊगी। सो हो गया 5t⁴ माइनस 120t² प्लस 60t प्लस 80। सो ਹੁਣ ਇਹਦਾ ਸੈਕੰਡ ਡੈਰੀਵੇਟਿਵ ਲਵਾਂਗੇ ਜੀ ਤਾਂ ਐਕਸਲਰੇਸ਼ਨ ਬਣ ਜਾਊਗਾ v ਦਾ ਡਬਲ ਡੈਰੀਵੇਟਿਵ s ਦਾ v ਦਾ ਸਿੰਗਲ ਡੈਰੀਵੇਟਿਵ s ਦਾ ਡਬਲ ਡੈਰੀਵੇਟਿਵ। ਸੋ 20t³ ਮਾਈਨਸ 240t प्लस 60। सो ਹੁਣ ਸਾਡੇ ਕੋਲ ਫੰਕਸ਼ਨ ਅੰਡਰ ਕੰਸੀਡਰੇਸ਼ਨ ਕੀ ਹੋ ਗਿਆ, 20 ਕਾਮਨ ਲੈ ਲਓ ਜੀ। ਸੋ ਇਹ ਕੀ ਹੋ ਗਿਆ t क्यूब माइनस 12t प्लस 3 ਇਹ ਸਾਡੇ ਕੋਲ ਫੰਕਸ਼ਨ ਬਣ ਗਿਆ ਜੀ। ਹਾਂਜੀ, ਹੁਣ ਅਸੀਂ ਇਹਦੀ ਮਿਨੀਮਮ ਵੈਲਿਊ ਦੇਖਣੀ ਹੈ ਜੀ। ਸੋ ਤੁਸੀਂ df/dt ਲਓਗੇ ਤਾਂ ਉਹਨੇ ਬਣ ਜਾਣਾ ਜੀ 60t² ਮਾਈਨਸ 240। ਸੋ ਇਹਦੀ ਕ੍ਰਿਟੀਕਲ ਵੈਲਿਊਜ਼ ਲਈ ਇਹਨੂੰ 0 ਦੀ ਇਕੁਅਲ ਕਰ ਦਿਓ ਜੀ। ਕ੍ਰਿਟੀਕਲ ਵੈਲਿਊਜ਼ ਲਈ df/dt ਨੂੰ ਤੁਸੀਂ 0 ਕਰ ਦਿਓ ਤਾਂ ਤੁਹਾਡੇ ਕੋਲ ਆ ਜਾਣੀ ਹੈ t ਦੀ ਵੈਲਿਊ 2 ਆ ਜਾਣੀ ਹੈ ਜੀ +-2। ਤਾਂ ਡਬਲ ਡੈਰੀਵੇਟਿਵ ਇਹਦਾ ਕਿੰਨਾ ਸੀਗਾ ਜੀ ਸਾਡੇ ਕੋਲ, ਡਬਲ ਡੈਰੀਵੇਟਿਵ ਪੋਜ਼ਿਟਿਵ ਵੀ ਆ ਗਿਆ ਜੀ 120t ਆ ਗਿਆ ਜੀ। ਤੇ ਕਿਹੜੀ ਵੈਲਿਊ ਤੇ ਹੋ ਗਿਆ ਜੀ, ਇਹ ਬਿਗਰ ਦੈਨ 0 ਹੋਊਗਾ ਐਟ t = 2। ਸੋ ਐਟ t = 2 ਪੁਆਇੰਟ ਆਫ ਮਿਨੀਮਾ ਹੋ ਗਿਆ ਕਿਉਂਕਿ ਮਿਨੀਮਾ ਪੁੱਛਿਆ ਉਹਨੇ। ਤੇ ਹੁਣ ਤੁਸੀਂ ਇਹਦੀ ਫੰਕਸ਼ਨ ਦੀ ਵੈਲਿਊ ਤੁਸੀਂ ਐਟ 2 ਦੇਖ ਲਓ ਜੀ ਕਿੰਨੀ ਹੋ ਗਈ, ਫਿਰ ਉਹ ਬਣ ਜੂਗਾ ਤੁਹਾਡੇ ਕੋਲ 20 × 8 ਮਾਈਨਸ 240 × 2 प्लस 60। सो ये जो कैलकुलेशंस की थी आई थिंक इट विल बी -260 यूनिट। सो आंसर इज डी। उस तो बाद दो क्वेश्चन जी असीं इहदे अप्रोक्सीमेट दे कीते हुए है जी, अप्रोक्सीमेशन दे अप्रोक्सीमेट जिहड़ी वैल्यू करनी होंदी है। सॉरी जी। सो सब तो पहला तो द अप्रोक्सीमेट चेंज इन द वॉल्यूम ऑफ ए क्यूब ऑफ ए साइड एक्स। तो वॉल्यूम होंदा की है जी, वो x³ होंदा ते तुसीं दा डेरीवेटिव लाओगे dv/dx दैट विल बी इक्वल टू 3x²। सो सानू पता है चेंज अप्रोक्सीमेट चेंज इन द वॉल्यूम देखना। सो आ साडे कोल इहदा जिहड़ा रिजल्ट होंदा, सो आ होंदा इहनू dv/dx ਇਹਨੂੰ ਡੈਲਟਾ ਐਕਸ ਨਾਲ ਚੇਂਜ ਕਰਤਾ ਜੀ, ਕਿਉਂਕਿ ਆ ਸਾਨੂੰ ਨਾ ਜੀ ਇਨਕਰੀਜ਼ ਐਕਸ ਮੀਟਰਸ ਕਾਸਟ ਬਾਈ ਦ ਇਨਕਰੀਜ਼ਿੰਗ ਦ ਸਾਈਡ ਬਾਈ 2%। ਸੋ dv/dx ਦੀ ਵੈਲਿਊ ਅਸੀਂ ਫਿਲ ਕਰਤੀ ਜੀ ਇੱਥੇ 3x²। ਸੋ ਆ ਹੁੰਦਾ dx = 2% ਆਫ x। ਸੋ ਆਈ ਥਿੰਕ ਇਟ ਵਿਲ ਬੀ 0.02x। सो इत्थे वैल्यू फिल कर दो जी 0.02x। सो इत्थे वैल्यू कितनी हो गई जी, फिर 3x² सी। सो इनू तुसीं सम अप कीता दैट विल बी 0.06x² आ सी ते x आ सी x³। तो यूनिट की सी दे जी मीटर सीगे। सो मीटर³ हो गया। सो आंसर की है जी फस्ट आ गया सी। सो नैक्सट क्वेश्चन दे विच है जी, इफ द रेडियस ऑफ द स्फीयर इज मेजर्ड एज 9 सेंटीमीटर विद एरर ऑफ 0.03 सेंटीमीटर, एरर दी हुई है जी, दैन फाइंड द अप्रोक्सीमेट एरर इन कैलकुलेटिंग इट्स वॉल्यूम। सो वॉल्यूम की होंदा स्फीयर का जी 4/3 πr³ ਤੇ ਡੈਰੀਵੇਟਿਵ ਜਦੋਂ ਲਿਆ ਜੀ ਆਪਾਂ
ਉਹ ਬਣ ਗਿਆ ਜੀ ਸਾਡੇ ਕੋਲ 4πr²। ਸੋ ਡੀ ਵੀ ਕਿਸ ਦੇ ਇਕੁਅਲ ਹੁੰਦਾ ਸੀ, dv/dr। ਸੋ ਇੱਥੇ ਵੈਲਿਊ ਫਿਲ ਕਰ ਦਿਓ ਜੀ, ਸਹੀ ਆ 4πr² 0.03। ਸੋ ਰੇਡੀਅਸ ਇੱਥੇ ਦਿੱਤਾ ਹੋਇਆ ਸੀ 9 ਸੈਂਟੀਮੀਟਰ ਜੀ ਰੇਡੀਅਸ, ਵੈਲਿਊ ਫਿਲ ਕਰ ਦਿਓ। ਸੋ 4π × 9² × 0.03। ਸੋ ਇਹਨੂੰ ਕੈਲਕੂਲੇਟ ਕੀਤਾ, ਆਈ ਥਿੰਕ ਦੈਟ ਵਿਲ ਬੀ 9.72 ਪਾਈ। ਆਫ ਕੋਰਸ ਪਾਈ ਤਾਂ ਸੀਗੀ ਆਪਣੇ ਕੋਲ ਪਹਿਲੇ ਲਿਖੀ ਹੋਈ। ਸੋ ਸਾਡਾ ਆਨਸਰ ਕਿੰਨਾ ਆ ਗਿਆ ਜੀ, ਸਾਡਾ ਆਨਸਰ ਆ ਗਿਆ ਜੀ ਏ ਆਪਸ਼ਨ ਆ ਗਈ ਸੀ। ਹਾਂਜੀ, ਇੱਕ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਸੀ, ਬੱਚਿਆਂ ਨੇ ਮੈਸੇਜ ਕਰਕੇ ਕਿਹਾ ਸਰ ਇਹਨੂੰ ਸੋਲਵ ਕਰਵਾ ਦਿਓ ਜੀ, ਇਹਦੀ ਸਮਝ ਨਹੀਂ ਲੱਗੀ। ਤਾਂ ਮੈਂ ਦੁਬਾਰਾ ਦੱਸ ਦਿੰਦਾ ਬੇਟਾ ਵੀ ਜਦੋਂ ਦੋ ਕਰਵਜ਼ ਇੰਟਰਸੈਕਟ ਕਰਦੀ ਹੈ ਨਾ, ਤਾਂ ਜਿਹੜੇ ਪੁਆਇੰਟ 'ਤੇ ਕਾਮਨ 'ਤੇ ਇੰਟਰਸੈਕਟ ਕਰਦੀ ਹੈ ਉੱਥੇ ਅਸੀਂ ਲੈਂਦੇ ਹਾਂ ਟੇਂਜੈਂਟ। ਮੈਂ ਥਿੰਕ ਡਿਫਰੈਂਟ, ਜਸਟ ਅ ਮੋਮੈਂਟ। ਸਪੋਜ਼ ਕਰੋ ਆਹ ਦੋ ਕਰਵਜ਼ ਹੈ। ਸੋ ਇੱਥੇ ਅਸੀਂ ਜਿਹੜਾ ਕਾਮਨ ਪੁਆਇੰਟ ਹੈ, ਆਹ ਵਾਲਾ ਕਾਮਨ ਪੁਆਇੰਟ ਹੈ, ਸਪੋਜ਼ ਕਰੋ ਇਹ x1 y1 ਪੁਆਇੰਟ ਹੈ। ਤਾਂ ਅਸੀਂ ਇੱਥੇ ਕੀ ਕਰਦੇ ਹਾਂ, ਦੋ ਟੇਂਜੈਂਟ ਲੈਂਦੇ ਦਿਸ ਵਨ। ਅਗਰ ਇਹ ਐਂਗਲ ਆ ਜਿਹੜਾ ਟੇਂਜੈਂਟ ਦੇ ਵਿੱਚ 90 ਡਿਗਰੀ ਦਾ ਹੋ ਜੇ, ਤਾਂ ਅਸੀਂ ਕਹਿ ਦਿੰਦੇ ਹਾਂ ਵੀ ਇਹ ਕਰਵਜ਼ ਆ ਜਿਹੜੀਆਂ ਕੀ ਹੈ, ਆਰਥੋਗਨਲੀ ਇੰਟਰਸੈਕਟ ਕਰ ਰਹੀ ਹੈ। ਸੋ ਪਹਿਲੇ ਟੇਂਜੈਂਟ ਦੀ ਸਲੋਪ m1 ਲੈ ਲਓ, ਦੂਸਰੇ ਦੀ ਲੈ ਲਓ m2, ਕਿਉਂਕਿ ਇਹ ਪਰਪੈਂਡੀਕੂਲਰ ਹੈ। m1 × m2 = -1 ਹੋਣਾ ਚਾਹੀਦਾ। ਸੋ ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ x1 y1 ਲੈ ਲਿਆ ਸੀ। ਸੋ ਤੁਸੀਂ ਇਹਦਾ ਡੈਰੀਵੇਟਿਵ ਲਓ ਜੀ, ਇਹ ਬਣ ਗਿਆ ਜੀ 2ax 2by dv/dx = 0। ਸੋ m1 ਮੈਂ ਪੁਆਇੰਟ ਲਿਆ ਐਟ dv/dx, ਕਿਹੜੇ ਪੁਆਇੰਟ 'ਤੇ ਕਾਮਨ ਪੁਆਇੰਟ ਉਹੀ x1 y1 ਜਿਹੜਾ ਲਿਆ ਸੀ। ਸੋ ਉਹਦੀ ਵੈਲਿਊ ਕਿੰਨੀ ਆ ਗਈ ਜੀ, -ax1/b y1। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਤੁਸੀਂ y2 ਸੈਕੰਡ ਇਕੁਏਸ਼ਨ ਤੋਂ ਲਓਗੇ, m2 dv/dx, ਉਹੀ ਪੁਆਇੰਟ x1 y1 ਸਲੋਪ m2 ਹੈ। ਸੋ ਉਹ ਬਣ ਗਏ ਨੇ ਜੀ -ax1b y1। ਸੋ ਹੁਣ ਇਹਨਾਂ ਦੀ ਜਿਹੜੀ ਪ੍ਰੋਡਕਟ ਹੈ ਉਹ ਹੈਗੀ ਆ -1। ਸੋ ਇੱਥੇ ਵੈਲਿਊਜ਼ ਫਿਲ ਕਰ ਦਿਓ। -1 ਇਹ ਹੋ ਗਿਆ ਜੀ a b b x1 y1² = -1 ਆ ਗਿਆ ਸੀ ਇੱਥੇ। ਇਹਨੂੰ ਕਹਿ ਦਿਓ ਤੁਸੀਂ ਸਟਾਰ। ਬਟ ਹਜੇ ਕੁਐਸਚਨ ਸੋਲਵ ਨਹੀਂ ਹੋਇਆ ਹੈਗਾ। ਹੁਣ ਜਿਹੜੀਆਂ x1 ਅਤੇ y1, ਇਹਨੂੰ 1 ਕਹਿ ਦਿਓ, ਦੋਨਾਂ ਨੂੰ ਸੈਟਿਸਫਾਈ ਕਰਦਾ ਨਾ, 1 ਅਤੇ 2 ਨੂੰ। 2 ਦੇ ਵਿੱਚੋਂ 1 ਨੂੰ ਸਬਟਰੈਕਟ ਕਰ ਲਓ। ਅਫਕੋਰਸ ਇਹ 'ਚ ਪਹਿਲਾਂ ਪਾਰਟ ਫਿਲ ਕਰਨਾ। ਸੋ ਤੁਹਾਡੇ ਕੋਲ ਬਣ ਜਾਣਾ ਜੀ ਇਹ a - a x1² ਪਲੱਸ b - b y1² = 0। ਸੋ ਤੁਹਾਡੇ ਕੋਲ ਵੈਲਿਊ ਜਿਹੜੀ ਆ ਗਈ ਜੀ, ਇੱਥੋਂ ਥੋੜ੍ਹਾ ਸੋਲਵ ਕਰੋਗੇ, x1² by y1² = -b - b a - a। ਇਹ ਵੈਲਿਊ ਆ ਗਈ ਜੀ ਤੁਹਾਡੇ ਕੋਲ। ਹੁਣ ਇਹ ਵਾਲੀ ਵੈਲਿਊ ਹੈ ਨਾ ਜਿਹੜੀ ਜੀ, ਇਹ ਤੁਸੀਂ ਫਿਲ ਕਰੋਗੇ ਐਸ ਸਟਾਰ ਇਕੁਏਸ਼ਨ ਦੇ ਵਿੱਚ। ਤਾਂ ਇਹ ਜਦੋਂ ਤੁਸੀਂ ਫਿਲ ਕੀਤੀ, ਸੋ ਤੁਹਾਡੇ ਕੋਲ ਇਹ ਹੋ ਗਿਆ ਜੀ a b b into -b - b a - a = -1। -1 ਖਤਮ ਹੋ ਗਿਆ ਜੀ। ਸੋ ਇਹ ਕੀ ਹੋਇਆ, ਕ੍ਰੋਸ ਮਲਟੀਪਲਾਈ ਕਰ ਦਿਓ, a b - b b b ਕੈਪੀਟਲ B ਮਤਲਬ a - a, ਇਹਨੂੰ ਐਕਸਪੈਂਡ ਕਰੋ ਜੀ, ab - ab a, ਦੂਸਰੀ ਸਾਈਡ 'ਤੇ ਜੀ b ab - ab b। ਸੋ ਹੁਣ ਤੁਸੀਂ ਕੀ ਕਰਨਾ,
ਇਹ ਬਣ ਗਿਆ ਜੀ a ਮਾਈਨਸ b ab, ਤੇ ਸੈਕੰਡ ਸਾਈਡ ਤੇ ਕੀ ਲੈ ਗਏ ਜੀ ਆਪਾਂ, ab ਕਾਮਨ ਕੱਢ ਲਓ, a ਮਾਈਨਸ b। ਸੋ ਆ ਡਿਵਾਈਡ ਕਰ ਦਿਓ ਜੀ, a ਮਾਈਨਸ b ਬਾਈ ab, a ਮਾਈਨਸ b ਬਾਈ ab। ਇਹਨੂੰ ਸੋਲਵ ਕੀਤਾ ਜੀ, ਸੋ ਇਹ ਬਣ ਗਿਆ ਜੀ 1 ਮਾਈਨਸ a, ਆਹ ਬਣ ਗਿਆ। ਸੋ ਇਹਦਾ ਆਂਸਰ ਆਹੀ ਆਉਂਦਾ ਸੀਗਾ ਜੀ। ਸੋ ਥੈਂਕਸ ਫॉर ਵਾਚਿੰਗ ਬੇਟਾ। ਹੁਣ ਨੈਕਸਟ ਲੈਕਚਰ ਦੇ ਵਿੱਚ ਆਪਾਂ ਵੈਕਟਰਸ ਨੂੰ ਡਿਸਕਸ ਕਰਾਂਗੇ, ਤਾਂ ਇੱਕ ਲੈਕਚਰ ਫਿਰ ਹੋ ਰਹਿ ਜਾਏਗਾ ਜੀ। ਥੈਂਕ ਯੂ ਬੇਟਾ, ਥੈਂਕਸ ਫॉर ਵਾਚਿੰਗ।